ਸਨਮਾਨਯੋਗ ਗੁਰੂ ਪਿਆਰਿਓ, ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਵਿਸ਼ੇ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ, ਸਾਰਿਆਂ ਦਾ ਸਵਾਗਤ ਹੈ। ਹਰ ਸੋਮਵਾਰ ਦੀ ਤਰ੍ਹਾਂ ਸਾਡਾ ਅੱਜ ਦਾ ਸੈਸ਼ਨ ਵੀ ਸਵਾਲ ਜਵਾਬ ਦਾ ਸੈਸ਼ਨ ਹੋਏਗਾ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਉੱਤਰ ਪੈਨਲ ਮੈਂਬਰ ਦਿੰਦੇ ਹਨ। ਇਹ ਸੈਸ਼ਨ ਦੀ ਸੇਵਾ ਵੀ ਰਾਜਾ ਸਿੰਘ ਜੀ ਕਰ ਰਹੇ ਹਨ, ਸ਼ੁਰੂ ਤੋਂ ਹੀ ਸੇਵਾ ਨਿਭਾ ਰਹੇ ਹਨ। ਬੇਨਤੀ ਕਰਦਾ ਹਾਂ ਕਿ ਅੱਜ ਦਾ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਨ ਦੀ ਰਾਜਾ ਸਿੰਘ ਜੀ ਨੂੰ ਬੇਨਤੀ ਹੈ ਕਿ ਅੱਜ ਦਾ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਵਲ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਅੱਜ ਦੇ ਪ੍ਰੋਗਰਾਮ 'ਚ ਜੀਓ ਆਇਆਂ। ਤੋਂ ਪੈਨਲ ਆਪ ਦੀ ਸੇਵਾ ਵਿੱਚ ਆਪ ਵੱਲੋਂ ਭੇਜੇ ਸਵਾਲਾਂ ਦੇ ਉੱਤਰ ਬਣਾ ਕੇ ਹਾਜ਼ਰ ਹੈ ਜੀ। ਸਭ ਤੋਂ ਪਹਿਲਾਂ ਪੈਨਲ ਮੈਂਬਰਸ ਆਪ ਜੀ ਨਾਲ ਫਤਿਹ ਦੀ ਸਾਂਝ ਪਾਉਣਗੇ, ਫਿਰ ਪ੍ਰੋਗਰਾਮ ਸ਼ੁਰੂ ਕਰਾਂਗੇ ਜੀ। ਤੋਂ ਬੇਨਤੀ ਕਰਿਆ ਵੀਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਹ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਸਾਹ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਸਾਹ ਤੇਜਿੰਦਰ ਸਿੰਘ ਜੀ। ਹਾਂਜੀ, ਤੇਜਿੰਦਰ ਸਿੰਘ ਜੀ ਆਏ ਨੇ? ਆਏ ਤਾਂ ਹੋਏ ਨੇ, ਇੱਕ ਮਿੰਟ ਮੈਂ ਦੇਖਦਾ ਉਹਨਾਂ ਦਾ। ਜਦ ਤੱਕ ਮੈਂ ਬੇਨਤੀ ਕਰ ਰਿਹਾ ਭੈਣ ਮਨਿੰਦਰ ਕੌਰ ਨੂੰ। ਭੈਣ ਮਨਿੰਦਰ ਕੌਰ ਜੀ, ਅਨਮਿਊਟ ਕਰਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਭੈਣ ਮਨਿੰਦਰ ਕੌਰ ਜੀ, ਸੰਗਤ ਨਾਲ ਫਤਿਹ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਕਿਕਰ ਸਿੰਘ ਜੀ, ਉਹ ਸ਼ਾਇਦ ਅੱਜ ਨਹੀਂ ਆ ਰਹੇ। ਨਹੀਂ, ਉਹ ਨਹੀਂ ਆ ਰਹੇ ਅੱਜ। ਹਾਂਜੀ, ਟ੍ਰੇਨ ਵਿੱਚ ਨੇ। ਹਾਂ, ਠੀਕ ਹੈ ਜੀ। ਤੋਂ ਸ਼ੁਕਰੀਆ ਜੀ। ਤੋਂ ਆਓ ਸਤਸੰਗੀਓ, ਆਪ ਜੀ ਕਿਰਪਾ ਕਰਦੇ ਹੋ, ਸਵਾਲ ਭੇਜਦੇ ਹੋ, ਆਪਣੀ ਫੀਡਬੈਕ ਦਿੰਦੇ ਹੋ, ਬਹੁਤ ਬਹੁਤ ਮਿਹਰਬਾਨੀ ਹੈ। ਤੋਂ ਸਾਡੇ ਕੋਲ ਵੱਖ-ਵੱਖ ਵਿਸ਼ਿਆਂ ਦੇ ਅੱਜ ਸਵਾਲ ਨੇ। ਤੋਂ ਸਭ ਤੋਂ ਪਹਿਲਾ ਸਵਾਲ ਲੈਂਦੇ ਆ, ਉਹ ਭੈਣ ਮਨਿੰਦਰ ਕੌਰ ਜੀ ਕਰਨਗੇ। ਸਵਾਲ ਕਰਤਾ ਨੇ ਪੁੱਛਿਆ ਵੀ ਸ਼ਿੰਗਾਰ ਕੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਿੰਗਾਰ ਲਫ਼ਜ਼ ਬੜੀ ਵਾਰੀ ਆਇਆ। ਤੋਂ ਸ਼ਿੰਗਾਰ ਉਂਝ ਅਸੀਂ ਦੁਨੀਆਦਾਰੀ 'ਚ ਵੀ ਦੇਖਦੇ ਹਾਂ, ਤੇ ਇਹ ਜਿਹੜਾ ਗੁਰਬਾਣੀ ਵਿੱਚ ਸ਼ਿੰਗਾਰ ਲਫ਼ਜ਼ ਆਇਆ, ਉਸ ਤੋਂ ਕੀ ਭਾਵ ਹੈ? ਭੈਣ ਮਨਿੰਦਰ ਕੌਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਵੀਰ ਜੀ ਨੇ ਗੱਲ ਕੀਤੀ ਹੈ ਸ਼ਿੰਗਾਰ ਦੀ, ਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸ਼ਿੰਗਾਰ ਦਾ ਸੰਬੰਧ ਔਰਤ ਦੇ ਨਾਲ ਮੰਨਿਆ ਜਾਂਦਾ ਹੈ। ਤਾਂ 16 ਸ਼ਿੰਗਾਰ ਮੰਨੇ ਗਏ ਹਨ। ਖਾਸ ਕਰਕੇ ਜਦੋਂ ਵਿਆਹ ਹੁੰਦਾ ਹੈ, ਉਸ ਵਕਤ ਬੱਚੀ ਦੇ ਰੂਪ ਨੂੰ ਸਿਰ ਤੋਂ ਪੈਰ ਤੱਕ ਗਹਿਣਿਆਂ ਅਤੇ ਤਰ੍ਹਾਂ ਤਰ੍ਹਾਂ ਦੇ ਮੇਕਅਪ ਦੇ ਨਾਲ ਸਵਾਰਿਆ ਜਾਂਦਾ ਹੈ, ਤਾਂ ਜੋ ਆਪਣੇ ਖਾਸ ਦਿਨ ਤੇ ਉਹ ਸਭ ਤੋਂ ਵੱਖਰੀ ਤੇ ਚੰਗੀ ਲੱਗੇ। ਤੇ ਜਿਹੜਾ 16 ਸ਼ਿੰਗਾਰ ਹਨ, ਉਹ ਇਸ ਤਰ੍ਹਾਂ ਮੰਨੇ ਗਏ ਹਨ: ਸਰੀਰ ਉੱਤੇ ਵਟਣਾ ਮਲਣਾ, ਨਹਾਉਣਾ, ਸਾਫ਼ ਕੱਪੜੇ ਪਹਿਨਣਾ, ਵਾਲਾਂ ਨੂੰ ਚੰਗੀ ਤਰ੍ਹਾਂ ਸਜਾਉਣਾ, ਅੱਖਾਂ ਵਿੱਚ ਸੁਰਮਾ ਪਾਉਣਾ, ਸਿੰਦੂਰ ਨਾਲ ਮਾਂਗ ਭਰਨੀ, ਪੈਰਾਂ ਦੀਆਂ ਤਲੀਆਂ ਵਿੱਚ ਮਹਾਵਰ ਲਗਾਉਣਾ, ਮੱਥੇ ਉੱਤੇ ਬਿੰਦੀ ਲਗਾਉਣਾ, ਠੋਡੀ ਉੱਤੇ ਤਿਲ ਦਾ ਨਿਸ਼ਾਨ ਬਣਾਉਣਾ, ਹੱਥਾਂ ਤੇ ਮਹਿੰਦੀ ਲਗਾਉਣਾ, ਸਰੀਰ ਨੂੰ ਇਤਰ ਆਦਿ ਨਾਲ ਸੁਗੰਧਿਤ ਕਰਨਾ, ਗਹਿਣੇ ਪਹਿਨਣਾ, ਫੁੱਲਾਂ ਦੀ ਮਾਲਾ ਪਹਿਨਣਾ, ਤੇ ਮਾਜੂ ਫਲ, ਲੋਚੂਨ, ਤੂਤੀਆ ਆਦਿ ਦੇ ਬਣੇ ਮੰਜਨ ਨਾਲ ਦੰਦ ਸਾਫ਼ ਕਰਨਾ, ਪਾਨ ਖਾਣਾ ਤੇ ਹੋਠ ਰੰਗਣਾ। ਇਹ ਅਨਮਤੀਆਂ ਦੇ ਦੁਆਰਾ ਮੰਨੇ ਗਏ 16 ਸ਼ਿੰਗਾਰ ਹਨ। ਪਰ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਬੱਚੀ ਦਾ ਜੋ ਸੁਹੱਪਨ ਹੈ, ਉਸਦੇ ਬਾਹਰੀ ਰੂਪ ਤੋਂ ਜ਼ਿਆਦਾ ਉਸਦੇ ਗੁਨਾਹ ਨਾਲ ਹੈ। ਤੇ ਸ਼ਿੰਗਾਰ ਜਿੰਨਾ ਮਰਜ਼ੀ ਕੀਤਾ ਹੋਵੇ, ਪਰ ਜੇ ਗੁਨਾਹ ਤੋਂ ਸਖਣੀ ਹੈ
ਤੇ ਉਸਦੀ ਸਹੁਰੇ ਘਰ ਕਦਰ ਨਹੀਂ ਪੈਂਦੀ, ਜਿੰਨਾ ਮਰਜ਼ੀ ਭਾਵੇਂ ਸ਼ਿੰਗਾਰ ਕੀਤਾ ਹੋਵੇ। ਬਾਣੀ ਜਿਨ੍ਹਾਂ ਸ਼ਿੰਗਾਰਾਂ ਦੀ ਗੱਲ ਕਰਦੀ ਹੈ ਉਹ ਹਨ ਆਤਮਕ ਗੁਣ। ਇਸਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਰਾਗ ਵਿੱਚ ਵਿਸਤਾਰ ਨਾਲ ਸਮਝਾਇਆ ਹੈ। ਇਸਤਰੀ ਨੇ ਗਹਿਣੇ ਕਿਹੜੇ ਪਾਣੇ ਹਨ। ਇੱਥੇ ਇਹ ਵੀ ਗੱਲ ਸਮਝਣ ਵਾਲੀ ਹੈ ਕਿ ਬਾਣੀ ਜਿਸ ਇਸਤਰੀ ਦੀ ਗੱਲ ਕਰਦੀ ਹੈ ਉਹ ਹੈ ਜੀਵ ਇਸਤਰੀ, ਜਿਸ ਵਿੱਚ ਅਸੀਂ ਸਾਰੇ ਹੀ ਆਉਂਦੇ ਹਾਂ। ਸਤਿਗੁਰ ਪਾਤਸ਼ਾਹ ਕਹਿੰਦੇ ਹਨ ਸਾਡਾ ਹੋਣਾ ਹੈ ਵਿਆਹ, ਤੇ ਵਿਆਹ ਵੀ ਕਿਸ ਨਾਲ, ਜੋ ਸਭ ਤੋਂ ਖੂਬਸੂਰਤ ਹੈ ਤੇ ਜਿਸ ਵਰਗਾ ਕੋਈ ਹੈ ਹੀ ਨਹੀਂ, ਉਸ ਨਾਲ ਪਾਓ ਅਕਾਲ ਪੁਰਖ ਨਾਲ। ਫਿਰ ਸਤਿਗੁਰੂ ਜੀ ਦੱਸਦੇ ਨੇ ਕਿ ਜੀਵ ਇਸਤਰੀ ਦੇ ਗਹਿਣੇ ਕਿਹੜੇ ਹਨ ਜਾਂ ਕਿੰਨਾ ਗਹਿਣਿਆਂ ਨਾਲ ਸ਼ਿੰਗਾਰ ਕਰਨਾ ਹੈ। ਤੇ ਸਭ ਤੋਂ ਪਹਿਲਾਂ ਤੇ ਇਹ ਸਮਝਾਇਆ ਹੈ ਕਿ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ, ਜੇ ਤੂੰ ਜੋ ਤੂੰ ਦੇ ਸੋਈ ਸੁਖ ਸਹਿਣਾ। ਸਭ ਤੋਂ ਪਹਿਲਾਂ ਤੇ ਪ੍ਰਭੂ ਪਤੀ ਹੀ ਤੇਰਾ ਗਹਿਣਾ ਹੈ। ਅਸੀਂ ਕੰਗਨ ਵੀ ਪਾ ਲਏ, ਮੁੰਦਰੀਆਂ ਵੀ ਪਾ ਲਈਆਂ, ਝਾਂਜਰਾਂ ਪਾਈਆਂ, ਤੇ ਜਦ ਘਰ ਵਾਲੇ ਨੂੰ ਲੱਗੀ ਭੁੱਖ ਤੇ ਕਹਿੰਦਾ ਰੋਟੀ ਬਣਾ, ਤੇ ਉਸ ਵੇਲੇ ਮੈਂ ਕਹਾਂ ਕਿ ਰੋਟੀ ਤੇ ਨਹੀਂ ਬਣਾ ਸਕਦੀ ਕਿਉਂਕਿ ਮੇਰਾ ਸ਼ਿੰਗਾਰ ਖਰਾਬ ਹੋ ਜਾਣਾ ਹੈ, ਤੇ ਘਰ ਵਾਲਾ ਐਸੇ ਸ਼ਿੰਗਾਰ ਨਾਲ ਕੀ ਖੁਸ਼ ਹੋਵੇਗਾ? ਨਹੀਂ ਹੋਏਗਾ। ਤੇ ਅਸਲ ਸੁਖ ਗਹਿਣਿਆਂ ਵਿੱਚ ਨਹੀਂ ਹੈ, ਅਸਲ ਸੁਖ ਤੇ ਪ੍ਰੀਤਮ ਦੇ ਪਿਆਰ ਵਿੱਚ ਹੈ। ਤੇ ਇਹ ਗੱਲ ਸਾਨੂੰ ਆਪਣੇ ਮਨ ਵਿੱਚ ਦ੍ਰਿੜ ਕਰ ਲੈਣੀ ਚਾਹੀਦੀ ਹੈ ਕਿ ਪ੍ਰਭੂ ਮੇਰਾ ਗਹਿਣਾ ਹੈ। ਤੇ ਹੁਣ ਸ਼ਿੰਗਾਰ ਵਿੱਚ ਤੇ ਬਹੁਤ ਸਾਰੇ ਗਹਿਣੇ ਪਾਏ ਜਾਂਦੇ ਹਨ। ਬਾਣੀ ਰਾਹੀਂ ਜੇ ਸਮਝਣ ਦਾ ਯਤਨ ਕਰੀਏ ਤੇ ਗੁਰੂ ਸਾਹਿਬ ਫਰਮਾ ਰਹੇ ਹਨ ਕਿ ਮਨ ਮੋਤੀ ਜੇ ਗਹਿਣਾ ਹੋਵੇ, ਪਵਨ ਹੋਵੇ ਸੂਤ ਧਾਰੀ। ਤੇ ਮੋਤੀ ਬਾਰੇ ਕਿਹਾ ਜਾਂਦਾ ਹੈ ਕਿ ਸੁੱਚਾ ਮੋਤੀ ਹੈ। ਸੁੱਚਾ ਨਾਲ ਆਇਆ ਹੈ ਮੋਤੀ ਦੇ, ਤੇ ਇਸ ਤੋਂ ਭਾਵ ਹੈ ਕਿ ਮੋਤੀ ਤੇ ਬੜੇ ਹੁੰਦੇ ਹਨ, ਪਰ ਅਸੀਂ ਜਿਸ ਮੋਤੀ ਦੀ ਗੱਲ ਕਰ ਰਹੇ ਹਾਂ ਉਹ ਸੁੱਚਾ ਹੈ। ਤੇ ਦੂਜੇ ਮੋਤੀ ਤੇ ਅਸੀਂ ਪਾ ਕੇ ਸੁੱਟ ਵੀ ਦਿੰਦੇ ਹਾਂ, ਪਰ ਕਿਉਂਕਿ ਸੁੱਚਾ ਮੋਤੀ ਕੀਮਤੀ ਹੁੰਦਾ ਹੈ ਤੇ ਉਹ ਸੁੱਚੇ ਮੋਤੀ ਨੂੰ ਅਸੀਂ ਸੰਭਾਲ ਕੇ ਰੱਖਦੇ ਹਾਂ। ਤੇ ਉਹ ਸੁੱਚਾ ਮੋਤੀ ਸਾਡਾ ਮਨ ਹੈ। ਮਨ ਨੂੰ ਕਿਹਾ ਹੈ ਮਨ ਮੋਤੀ ਵਰਗਾ ਸੁੱਚਾ ਹੋਵੇ ਪਾਓ। ਮਨ ਸੁੱਚਾ ਨਹੀਂ ਹੈ ਤੇ ਉਸ ਕੋਲ ਸ਼ਿੰਗਾਰ ਲਈ ਮੋਤੀ ਨਹੀਂ ਹਨ। ਸੁੱਚੇ ਮਨ ਤੋਂ ਭਾਵ ਹੈ ਮਨ ਵਿੱਚ ਕੋਈ ਕਪਟ ਨਹੀਂ ਹੈ, ਕਪਟ ਰਹਿਤ, ਨਫ਼ਰਤ, ਈਰਖਾ ਰਹਿਤ ਮਨ। ਜਿਸ ਪ੍ਰਤੀ ਰੋਸ਼ ਹੈ ਉਸਨੂੰ ਕੱਢ ਦਿਓ। ਮਨ ਮੋਤੀ ਜੇ ਗਹਿਣਾ ਹੋਵੇ, ਪਵਨ ਹੋ ਧਾਰੀ। ਜੇ ਧਾਗਾ ਨਾ ਹੋਵੇ ਤੇ ਕੀ ਮਾਲਾ ਬਣ ਸਕਦੀ ਹੈ? ਇਹ ਜੋ ਸਵਾਸ ਹਨ ਇਹਨਾਂ ਨੂੰ ਧਾਗਾ ਬਣਾਇਆ ਹੈ ਤੇ ਇਸ ਧਾਗੇ ਵਿੱਚ ਮੋਤੀ ਪਰੋਨੇ ਹਨ। ਤੇ ਸਵਾਸਾਂ ਰੂਪੀ ਧਾਗੇ ਵਿੱਚ ਕਿਹੜੇ ਮੋਤੀ ਪਰੋਨੇ ਹਨ? ਸਾਸ ਸਾਸ ਸਿਮਰੋ ਗੋਬਿੰਦ। ਜੋ ਮਨ ਦੇ ਨਾਲ ਰੱਬ ਨੂੰ ਯਾਦ ਕਰਦਾ ਹੈ ਉਸ ਨਾਲ ਗਹਿਣਾ ਤਿਆਰ ਹੋਏਗਾ। ਤੇ ਹੁਣ ਉਮਰ ਹੋ ਗਈ ਹੈ ਇੰਨੀ, ਪਰ ਵਿੱਚ ਮੋਤੀ ਇੱਕ ਵੀ ਨਹੀਂ ਪਰੋਇਆ ਹੈ, ਤੇ ਉਹ ਧਾਗਾ ਹੀ ਲੈ ਕੇ ਚੱਲ ਰਹੇ ਆ, ਉਹਦੇ ਵਿੱਚ ਮੋਤੀ ਨਹੀਂ ਪਰੋਇਆ ਹੈ। ਤੇ ਫਿਰ ਉਹਦੇ ਵਿੱਚ ਅਸੀਂ ਮੋਤੀ ਪਰੋਨੇ ਹਨ। ਖਿਮਾ ਸ਼ਿੰਗਾਰ ਕਾਮਨ ਤਨ ਪਹਿਰੇ, ਰਾਵੇ ਲਾਲ ਪਿਆਰੀ। ਇੱਕ ਗਹਿਣਾ ਹੋਰ ਆ ਗਿਆ ਖਿਮਾ ਦਾ। ਤੇ ਸ਼ਿੰਗਾਰ ਦਾ ਸਮਾਨ ਰੱਖਣ ਦਾ ਇੱਕ ਬਾਕਸ ਹੁੰਦਾ ਹੈ, ਤੇ ਲੱਭਣਾ ਹੈ ਕਿ ਉਹ ਬਾਕਸ ਵਿੱਚ ਖਿਮਾ ਕਿੱਥੇ ਹੈ। ਜੇ ਨਹੀਂ ਹੈ ਤੇ ਸਾਡਾ ਜਿਹੜਾ ਮੇਕਅਪ ਦਾ ਬਕਸਾ ਹੈ ਉਹ ਅਧੂਰਾ ਹੈ। ਫਿਰ ਉਸ ਵਿੱਚ ਖਿਮਾ ਪਾਉਣ ਦੀ ਲੋੜ ਹੈ। ਹੁਣ ਗੱਲ ਕਰਦੇ ਜੇ ਹੰਝੂ ਭਰ ਆਉਂਦੇ ਹਨ ਤੇ ਆਪਣੇ ਅੰਦਰ ਕਿਤਨਾ ਭਾਰ ਹੈ ਜੋ ਅਸੀਂ ਸਾਂਭੀ ਬੈਠੇ ਹਾਂ। ਬਿੱਛੂ ਦਾ ਕੰਮ ਹੈ ਡੰਗ ਮਾਰਨਾ, ਉਸਨੇ ਡੰਗ ਮਾਰਨਾ ਹੀ ਮਾਰਨਾ ਹੈ, ਤੇ ਮੈਂ ਆਪਣਾ ਸੁਭਾਅ ਕਿਉਂ ਛੱਡਾਂ? ਮੈਂ ਬਿੱਛੂ ਨਹੀਂ ਬਣਨਾ ਹੈ। ਤੇ ਫਿਰ ਖਿਮਾ ਨੂੰ ਸਾਨੂੰ ਆਪਣੇ ਅੰਦਰ ਧਾਰਨ ਕਰਨੀ ਪਵੇਗੀ। ਸਾਨੂੰ ਅਸੰਖ ਜਪ ਵਾਲੀ ਜਦ ਅਸੀਂ ਪੜ੍ਹਨਾ ਪੌੜੀ ਤੇ ਸਾਨੂੰ ਅਸੰਖ ਜਪ ਕਰਨ ਵਾਲੇ ਵੀ ਮਿਲਦੇ ਹਨ ਤੇ ਅਸੰਖ ਮੂਰਖ ਵੀ ਮਿਲਦੇ ਨੇ। ਤੇ ਉਹਨਾਂ ਦੀ ਹਰਕਤ ਵੇਖ ਕੇ ਆਪਣੇ ਅੰਦਰ ਮੈਲ ਨਹੀਂ ਭਰਨੀ ਹੈ, ਕਿਸੇ ਦੀ ਵਧੀਕੀ ਨੂੰ ਵੇਖ ਕੇ ਤੇ ਜਰ ਜਾਣਾ ਹੈ। ਖਿਮਾ ਸ਼ਿੰਗਾਰ ਕਾਮਨ ਤਨ ਪਹਿਰੇ, ਰਾਵੇ ਲਾਲ ਪਿਆਰੀ। ਪਹਿਲਾ ਹੈ ਮਨ ਨੂੰ ਸੁੱਚਾ ਰੱਖਣਾ। ਦੂਜਾ ਸਵਾਸਾਂ ਰਾਹੀਂ ਜਿਤਨੇ ਸਵਾਸ ਲੈਂਦੇ ਹਾਂ ਰੱਬ ਦੀ ਰਜ਼ਾ ਵਿੱਚ ਰਹਿਣਾ। ਤੇ ਤੀਜਾ ਹੈ ਜੀਵਨ ਵਿੱਚ ਖਿਮਾ ਹੋਣੀ। ਸੱਚੇ ਪਾਤਸ਼ਾਹ ਮੈਂ ਦੇਖਦਾ ਹਾਂ ਜਿਸ ਦਾ ਵਿਆਹ ਹੋਣਾ ਹੈ ਉਸਨੇ ਆਪਣੇ ਕੰਠ ਦੇ ਵਿੱਚ ਹਾਰ ਵੀ ਪਾਇਆ ਹੈ, ਤੇ ਸਤਿਗੁਰ ਕਹਿੰਦੇ ਨੇ ਕਿ ਆ ਫਿਰ ਤੈਨੂੰ ਹਾਰ ਵੀ ਪਾ ਦਿਆਂ। ਫਿਰ ਉਹ ਕਿਹੜਾ ਹਾਰ ਪਾਣਾ ਹੈ? ਹਰ ਹਰ ਹਾਰ ਕੰਠ ਲੈ ਪਹਿਰੇ। ਹਰੀ ਦੇ ਨਾਮ ਦਾ ਹਾਰ ਪਾਣਾ ਹੈ। ਆਪਣੇ ਕੰਠ ਤੇ ਹਰੀ ਨਾਮ ਦਾ ਹਾਰ ਪਾਣਾ ਹੈ
ਇਹ ਥੋੜੀ ਦੇਰ ਲਈ ਪਾਣਾ ਹੈ ਕਿ ਹਰ ਵਕਤ ਪਾਈ ਰੱਖਣਾ ਹੈ। ਹੁਣ ਹਾਰ ਪਾਈ ਰੱਖਣਾ ਹੈ ਤੇ ਇਸ ਤੋਂ ਭਾਵੇਂ ਕਿ ਨਿਤਨੇਮ ਦਾ ਪਾਠ ਕੀਤਾ ਤੇ ਜੋ ਉਹ ਨਾਮ ਦਾ ਹਾਰ ਗਲ ਵਿੱਚ ਪਾਇਆ ਸੀ ਉਹ ਸਾਰਾ ਦਿਨ ਪਾਈ ਰੱਖਣਾ ਹੈ। ਰਸਨਾ ਤੋਂ ਜੇ ਅਸੀਂ ਉਚਾਰਨ ਕੀਤਾ ਹੈ ਭਾਖਿਆ ਪਉਆ ਪਾਰ, ਤੇ ਫਿਰ ਸਾਰਾ ਦਿਨ ਉਸ ਸਿੱਖਿਆ ਮੁਤਾਬਕ ਜੀਵਨ ਬਤੀਤ ਕਰਨਾ ਹੈ। ਤਾਂ ਫਿਰ ਅਸੀਂ ਬੋਲਾਂਗੇ ਕਿ ਅਸੀਂ ਹਾਰ ਪਾਈ ਰੱਖਿਆ ਹੈ। ਪਰ ਅਸੀਂ ਜੇ 5-7 ਮਿੰਟ ਲਈ ਪਾਇਆ ਪਾਠ ਕੀਤਾ, ਮੁੜ ਕੇ ਪਤਾ ਵੀ ਨਹੀਂ ਕਿ ਉਸ ਵਿੱਚ ਕੀ ਕਿਹਾ ਸੀ, ਫਿਰ ਇਹ ਇੱਕ ਕੀ ਹੋ ਗਿਆ, ਇਹ ਇੱਕ ਕੰਮ ਵੀ ਉਸ ਮੁਤਾਬਕ ਨਹੀਂ ਕੀਤਾ, ਤੇ ਫਿਰ ਪ੍ਰਭੂ ਦੇ ਨਾਮ ਨੂੰ ਚੇਤੇ ਰੱਖਣਾ ਇਹ ਹਾਰ ਹੈ, ਤੇ ਅਸੀਂ ਉਸ ਨੂੰ ਹਮੇਸ਼ਾ ਧਾਰਨ ਕਰਨਾ ਹੈ। ਦਾਮੋਦਰ ਦੰਤ ਲਈ, ਤੇ ਪਹਿਲੇ ਦਾਤਨ ਨਾਲ ਦੰਦ ਸਾਫ਼ ਕਰਦੇ ਸਨ ਤੇ ਉਸ ਦੇ ਨਾਲ ਹੀ ਹੋਠਾਂ ਨੂੰ ਵੀ ਰੰਗਣ ਦਾ ਕੰਮ ਕਰ ਲੈਂਦੇ ਸਨ। ਜਿੱਥੇ ਦੰਦ ਸਾਫ਼ ਕਰਨ ਦੀ ਗੱਲ ਹੈ ਉੱਥੇ ਬੁੱਲ ਰੰਗਣ ਦੀ ਗੱਲ ਵੀ ਹੈ। ਹੁਣ ਦੰਦਾਸੇ ਨਾਲ ਦੰਦ ਤੇ ਸਾਫ਼ ਕਰਨੇ, ਨਾਲ ਬੁੱਲ ਵੀ ਰੰਗ ਲੈਣੇ, ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿੱਥੇ ਤੇਰੇ ਦੰਦ ਸਾਫ਼ ਹੋਣ ਉੱਥੇ ਤੇਰੇ ਬੁੱਲ ਵੀ ਸਾਫ਼ ਹੋਣ, ਰੰਗੇ ਹੋਣ। ਤੇ ਉਸ ਦਾ ਤਰੀਕਾ ਵੀ ਫਿਰ ਉਹ ਦੱਸਦੇ ਨੇ। ਦਾਮੋਦਰ ਰੱਬ ਦੇ ਲਈ ਆਇਆ ਹੈ, ਪਰਮਾਤਮਾ ਲਈ ਆਇਆ ਹੈ, ਤੇ ਕੰਠ ਵਿੱਚ ਰੱਬ ਦਾ ਨਾਮ ਹੈ, ਸਮਝ ਹਾਰ ਪਾਇਆ ਹੈ, ਤੇ ਬੁੱਲਾਂ ਤੇ ਰੱਬ ਦਾ ਨਾਮ ਹੈ, ਤੇ ਬੁੱਲ ਰੰਗੇ ਹੋਏ ਨੇ। ਅਸੀਂ ਆਇਓ ਪੜਨ ਸੁਣਨ ਕੋ ਬਾਣੀ ਪੰਕਤੀ ਆਂਦੀ ਹੈ, ਇਸ ਨਾਲ ਸਾਡੇ ਬੁੱਲ ਜਿਹੜੇ ਨੇ ਉਹ ਲਾਲ ਹੁੰਦੇ ਹਨ। ਅਸੀਂ ਕੜਾ ਵੀ ਪਾਉਣਾ ਹੈ, ਤੇ ਸਤਿਗੁਰ ਕਹਿੰਦੇ ਹਨ ਕਿ ਆ ਫਿਰ ਤੈਨੂੰ ਕੜਾ ਵੀ ਪਵਾ ਦਿਆਂ। ਕਰ ਕਰ ਕਰਤਾ ਕੰਗਨ ਪਹਿਰੇ, ਇਨ ਬਿਦ ਚਿਤ ਤਰਈ। ਕਰ ਤੇ ਰਾਰੇ ਨੂੰ ਸਿਹਾਰੀ ਹੈ, ਤੇ ਹੱਥਾਂ ਵਿੱਚ ਅਸੀਂ ਪਾਉਣਾ ਹੈ, ਤੇ ਹੱਥਾਂ ਵਿੱਚ ਪਾਣਾ ਹੈ ਨਾ। ਤੇ ਜਿਨ੍ਹਾਂ ਹੱਥਾਂ ਨੇ ਕਦੀ ਗੁਟਕਾ ਨਹੀਂ ਫੜਿਆ, ਹੱਥ ਜੋੜ ਕੇ ਅਰਦਾਸ ਨਹੀਂ ਕੀਤੀ, ਕਦੀ ਸੇਵਾ ਨਹੀਂ ਕੀਤੀ, ਕਰਤਾ ਪਾਓ, ਹੱਥਾਂ ਨਾਲ ਸੇਵਾ ਕਰੀਏ, ਤੇ ਜਦੋਂ ਅਸੀਂ ਰੱਬੀ ਹੁਕਮ ਮੁਤਾਬਕ ਕੰਮ ਕਰਾਂਗੇ ਤੇ ਸਾਡੇ ਹੱਥਾਂ ਵਿੱਚ ਕੜਾ ਪੈ ਜਾਏਗਾ। ਤੇ ਜੇ ਗਲਤ ਕੰਮ ਕੀਤੇ ਤੇ ਕੰਗਨ ਲੈ ਜਾਣੇ ਨੇ। ਹੁਣ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ, ਜਾਂ ਮੁਰਦਾਰ ਨਾ ਖਾਏ। ਹੱਥਾਂ ਨਾਲ ਇਹੋ ਜਿਹੇ ਕਾਰਜ ਨਹੀਂ ਕਰਨੇ ਹਨ। ਹੱਥਾਂ ਨਾਲ ਤੇ ਅਸੀਂ ਰੱਬੀ ਹੁਕਮ ਅਨੁਸਾਰ ਕੰਮ ਕਰਨੇ ਨੇ, ਫਿਰ ਹੱਥ ਵਿੱਚ ਕੜਾ ਪੈ ਜਾਏਗਾ। ਤੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਬੈਠੀਏ ਤੇ ਸਹੀ, ਫਿਰ ਗੁਰੂ ਜੀ ਸਾਨੂੰ ਮੁੰਦਰੀ ਵੀ ਪਾਉਂਦੇ ਨੇ। ਮਧੂਸੂਦਨ ਕਰ ਮੁੰਦਰੀ ਪਹਿਰੇ, ਪਰਮੇਸ਼ਰ ਪਟ ਲਈ। ਧੀਰਜ ਧੜੀ ਬੰਧਾਵੇ ਕਾਮਨ, ਸ਼੍ਰੀ ਰੰਗ ਸੁਰਮਾ ਦੇਈ। ਵਿਆਹ ਦੀ ਗੱਲ ਚੱਲ ਰਹੀ ਹੈ ਤੇ ਸ਼ਿੰਗਾਰ ਦੀ, ਫਿਰ ਕੱਪੜੇ ਵੀ ਖਾਸ ਪਹਿਨਨੇ ਨੇ। ਤੇ ਗੁਰੂ ਸਾਹਿਬ ਕਹਿੰਦੇ ਹਨ ਪ੍ਰਭੂ ਦਾ ਨਾਮ ਹੀ ਮੁੰਦਰੀ ਹੈ, ਤੇ ਨਾਮ ਹੀ ਰੇਸ਼ਮ ਦੇ ਕੱਪੜੇ ਹਨ। ਪਰ ਕੱਪੜੇ ਉਹ ਪਾਏ ਜਾਣ ਜਿਸ ਵਿੱਚ ਕੀ ਰਾਮ ਭਾਉ ਪਰਮਾਤਮਾ ਨਜ਼ਰ ਆਏ, ਨਾ ਕਿ ਉਹ ਜਿਸ ਵਿੱਚ ਕਾਮ ਨਜ਼ਰ ਆਏ। ਕਿਸੇ ਦਾ ਵਿਆਹ ਹੋਵੇ ਤੇ ਕੱਪੜੇ ਇਹੋ ਜਿਹੇ ਪਾਉਂਦੇ ਹਾਂ ਕਿ ਸਾਰੇ ਕਹਿਣ ਵਾਹ ਅੱਜ ਬੜੇ ਚੰਗੇ ਜੱਚ ਰਹੇ ਹੋ। ਤੇ ਜਿਹੜਾ ਜੱਚ ਰਿਹਾ ਕਹਿੰਦੇ ਨੇ ਉਸ ਦੀਆਂ ਅੱਖਾਂ ਤੇ ਜ਼ੁਬਾਨ ਵਿੱਚ ਅੱਛੀ ਭਾਵਨਾ ਨਹੀਂ ਹੁੰਦੀ ਹੈ। ਤੇ ਕੱਪੜਿਆਂ ਰਾਹੀਂ ਜੇ ਜਿਨ੍ਹਾਂ ਕੱਪੜਿਆਂ ਨਾਲ ਹੀ ਨਾ ਮੈਨੂੰ ਰੱਬ ਚੇਤੇ ਆਵੇ ਤੇ ਨਾ ਦੂਜਿਆਂ ਨੂੰ, ਫਿਰ ਭਾਵੇਂ ਜਿੰਨਾ ਮਰਜ਼ੀ ਰੇਸ਼ਮ ਅਸੀਂ ਪਾਈ ਰੱਖੀਏ, ਭਾਵੇਂ ਤੇਰਾ ਸਾਰਾ ਕਾਰੋ ਵਿਹਾਰ ਰੱਬ ਅਨੁਸਾਰੀ ਹੈ ਤੇ ਤੇਰਾ ਸ਼ਿੰਗਾਰ ਬਣ ਰਿਹਾ ਹੈ। ਧੀਰਜ ਤੜੀ ਬੰਧਾਵੇ ਕਾਮਨ, ਸ਼੍ਰੀ ਰੰਗ ਸੁਰਮਾ ਦੇਈ। ਤੜੀ ਦਾ ਮਤਲਬ ਹੈ ਜਿਵੇਂ ਵਾਲਾਂ ਵਿੱਚ ਮਹਿੰਦੀਆਂ ਜੀਆਂ ਗੁੰਦੀਆਂ ਜਾਂਦੀਆਂ ਨੇ, ਤੇ ਉਸਨੂੰ ਕਹਿੰਦੇ ਹਾਂ। ਤੇ ਅੱਜ ਕੱਲ ਅਸੀਂ ਉਸਨੂੰ ਹੇਅਰ ਸਟਾਈਲ ਕਹਿ ਦਿੰਦੇ ਹਾਂ। ਹੁਣ ਧੀਰਜ ਕੀ ਹੈ, ਜਦੋਂ ਅਸੀਂ ਕਿਸੇ ਕੋਲੋਂ ਤੇਲ ਲਗਵਾਉਂਦੇ ਹਾਂ ਤੇ ਜੇ ਸੱਜੇ ਖੱਬੇ ਹਿਲਦੇ ਰਹੀਏ ਤੇ ਫਿਰ ਕੇਸ ਖਿੱਚੇ ਜਾਂਦੇ ਹਨ, ਤੇ ਜੇ ਸ਼ਾਂਤੀ ਨਾਲ ਠੀਕ ਤਰ੍ਹਾਂ ਬੈਠੇ ਰਹੀਏ ਤੇ ਫਿਰ ਕੇਸ ਨਹੀਂ ਖਿੱਚਦੇ ਹਨ। ਤੇ ਸ਼ਿੰਗਾਰ ਕਰਨਾ ਹੈ ਤੇ ਸੁਰਮਾ ਵੀ ਪਾਉਣਾ ਹੈ। ਤੇ ਅੱਖਾਂ ਲਈ ਸੁਰਮਾ ਕੀ ਹੈ, ਅੱਖਾਂ ਰਾਹੀਂ ਬਾਣੀ ਪੜਨਾ, ਸਾਰਿਆਂ ਵਿੱਚ ਇੱਕ ਰੱਬ ਦੀ ਜੋਤ ਵੇਖਣੀ, ਸੁਰਮਾ ਪੈ ਗਿਆ। ਅੱਖਾਂ ਰਾਹੀਂ ਦੂਜਿਆਂ ਵਿੱਚ ਕਮੀਆਂ ਦੇਖੀਏ, ਦੂਜਿਆਂ ਦਾ ਵਾਧਾ ਵੇਖ ਕੇ ਮਨ ਨੂੰ ਭਟਕਾਉਂਦਾ, ਫਿਰ ਉਹ ਸੁਰਮਾ ਲੈ ਗਿਆ। ਤੇ ਦੁਸ਼ਮਣ ਵਿੱਚ ਵੀ ਪਰਮਾਤਮਾ ਦੀ ਜੋਤ ਦੇਖਣੀ ਹੈ। ਸਾਨੂੰ ਤੇ ਅੱਜ ਭਰਾ ਦੇ ਵਿੱਚ ਭਰਾ ਨਜ਼ਰ ਨਹੀਂ ਆਉਂਦਾ, ਨੂੰਹ ਵਿੱਚ ਧੀ ਨਜ਼ਰ ਨਹੀਂ ਆਉਂਦੀ ਹੈ, ਤੇ ਸੱਸ ਵਿੱਚ ਮਾਂ ਨਜ਼ਰ ਨਹੀਂ ਆਉਂਦੀ ਹੈ। ਫਿਰ ਜਦੋਂ ਅੱਖਾਂ ਵਿੱਚ ਸੁਰਮਾ ਪੈ ਗਿਆ ਤੇ ਸਭ ਵਿੱਚ ਰੱਬ ਨਜ਼ਰ ਆਉਣਾ ਚਾਹੀਦਾ ਹੈ। ਮਨ ਮੰਦਰ ਜੇ ਦੀਪਕ ਜਾਲੇ, ਕਾਇਆ ਸੇਜ ਕਰਈ। ਗਿਆਨ ਰਾਓ ਜਬ ਸੇਜੇ ਆਵੇ, ਤਾਂ ਨਾਨਕ ਭੋਗ ਕਰਈ। ਇਹ ਹੈ ਸ਼ਿੰਗਾਰ। ਗੁਰੂ ਜੀ ਨੇ ਦੱਸ ਦਿੱਤਾ ਕਿ ਸ਼ਿੰਗਾਰ ਕਿੱਥੇ ਪਿਆ ਹੈ। ਇਸ ਨੂੰ ਸਿੱਖ ਕੇ ਸਰੀਰ ਰੂਪੀ ਬਕਸੇ ਵਿੱਚ ਰੱਖਣਾ ਹੈ।
ਤੇ ਫਿਰ ਸਮੇਂ-ਸਮੇਂ ਤੇ ਇਸ ਦਾ ਇਸਤੇਮਾਲ ਵੀ ਕਰਨਾ ਹੈ। ਕਈ ਵਾਰੀ ਸ਼ਿੰਗਾਰ ਦੀ ਦੁਨੀਆ ਵਿੱਚ ਅਸੀਂ ਦੇਖਦੇ ਹਾਂ ਕਿ ਕੋਈ ਬੰਦਾ ਸਾਰਾ ਦਿਨ ਤੇ ਮੈਲੇ ਕੁਚੈਲਾ ਬਣਿਆ ਰਹਿੰਦਾ ਹੈ, ਪਰ ਜਦ ਰਾਤ ਨੂੰ ਘਰ ਆਇਆ ਤੇ ਫਿਰ ਅੱਛੀ ਤਰ੍ਹਾਂ ਤਿਆਰ ਹੋ ਗਿਆ, ਦਸਤਾਰ ਬੰਨ ਲਈ, ਸਾਫ ਸੁਥਰੇ ਕੱਪੜੇ ਪਾ ਲਿਆ, ਤਿਆਰ ਹੋ ਕੇ ਬਹਿ ਗਿਆ। ਤੇ ਇਹ ਤੇ ਇਸ ਤਰ੍ਹਾਂ ਹੈ ਕਿ ਜਦੋਂ ਲੋੜ ਸੀ ਤਾਂ ਅਸੀਂ ਵਰਤਿਆ ਨਹੀਂ, ਤੇ ਜਦੋਂ ਕਿਸੇ ਨੇ ਕੋਈ ਗਲਤੀ ਕੀਤੀ ਤੇ ਉਸਨੂੰ ਅਸੀਂ ਬਖਸ਼ਿਆ ਨਹੀਂ। ਤੇ ਮਤਲਬ ਜਿਸ ਵੇਲੇ ਲੋੜ ਸੀ ਅਸੀਂ ਉਸਨੂੰ ਯੂਜ਼ ਨਹੀਂ ਕੀਤਾ, ਤੇ ਫਿਰ ਗੁਨਾਹ ਦਾ ਜਿਹੜਾ ਬਕਸਾ ਹੈ ਉਹ ਖੋਲਿਆ ਨਹੀਂ ਸੀ ਉਸ ਵਕਤ। ਫਿਰ ਸ਼ਿੰਗਾਰ ਦਾ ਬਾਕਸ ਉਦੋਂ ਵਰਤੋਂ ਵਿੱਚ ਲਿਆਉਣਾ ਹੈ ਜਦੋਂ ਉਸਦੀ ਲੋੜ ਹੋਵੇ। ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ, ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਪਾਵੋ। ਇਹਨਾਂ ਗੁਣਾਂ ਨੂੰ ਸ਼ਿੰਗਾਰ ਬਣਾਉਣਾ ਹੈ। ਸੋ ਸਮਝਣ ਵਾਲੀ ਗੱਲ ਹੈ ਕਿ ਪ੍ਰਚਲਿਤ ਕੀਤੇ ਜਾਣ ਵਾਲੇ ਸ਼ਿੰਗਾਰ ਨਾਲ ਆਤਮਕ ਗੁਣਾਂ ਦੀ ਤੁਲਨਾ ਕੀਤੀ ਹੈ, ਤੇ ਸਾਡਾ ਸ਼ਿੰਗਾਰ ਜਿਹੜਾ ਹੈ ਉਹ ਸਾਡਾ ਕਿਰਦਾਰ ਹੈ। ਇਹੀ ਸਮਝਣਾ ਹੈ ਅਸੀਂ ਕਿ ਜਿਹੜਾ ਸ਼ਿੰਗਾਰ ਹੈ ਉਹ ਸਾਡਾ ਕਿਰਦਾਰ ਹੈ। ਹੋਈਆਂ ਭੁੱਲਾਂ ਲਈ ਖਿਮਾ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਵਿਸਥਾਰ ਸਹਿਤ ਭੈਣ ਜੀ ਨੇ ਸਾਨੂੰ ਸ਼ਿੰਗਾਰਾਂ ਦੀ ਗੱਲ ਕੀਤੀ ਹੈ, ਦੁਨਿਆਵੀ ਸ਼ਿੰਗਾਰ, ਆਤਮਿਕ ਸ਼ਿੰਗਾਰ। ਤੋ ਲੋੜ ਤਾਂ ਹੈ, ਜਿਸ ਤਰ੍ਹਾਂ ਗੁਰੂ ਮਹਾਰਾਜ ਸਾਡੇ ਤੋਂ ਚਾਹੁੰਦੇ ਨੇ ਕਿ ਅਸੀਂ ਹਰੇਕ ਇਨਸਾਨ ਜਿਹੜਾ ਸੱਚਾ ਸੁੱਚਾ ਜੀਵਨ ਗੁਜ਼ਾਰੇ, ਔਰ ਇਸੇ ਸੱਚੇ ਜੀਵਨ ਹੀ ਕਿ ਉਸ ਸਚਿਆਰਾ ਦੀ ਗੱਲ ਜਿਹੜੀ ਹੈ ਉਹ ਕਹੀ ਗਈ ਹੈ। ਤੋ ਸਤਿਗੁਰੂ ਜੀ ਕਿਰਪਾ ਕਰਨ, ਜਿੱਥੇ ਅਸੀਂ ਆਪਣੇ ਸਰੀਰਕ ਸ਼ਿੰਗਾਰ ਲਈ ਬੜੇ ਸਤਰਕ ਰਹਿੰਦੇ ਹਰ ਵੇਲੇ, ਕੋਈ ਵੀ ਹੋਵੇ ਆਪਣੇ ਵਿੱਤ ਅਨੁਸਾਰ ਉਹਨੂੰ ਸ਼ਿੰਗਾਰ ਕੇ ਰੱਖਦਾ, ਤੋ ਇੰਨੀ ਕੁ ਅਗਰ ਖਿੱਚ ਸਾਨੂੰ ਆਪਣੇ ਆਤਮਿਕ ਸ਼ਿੰਗਾਰ ਦੀ ਹੋਵੇ ਕਿ ਮੇਰੇ ਅੰਦਰ ਵੀ ਗੁਣ ਹੋਣ, ਤਾਂ ਫਿਰ ਸਾਡਾ ਜੀਵਨ ਜਿਹੜਾ ਉਹ ਕਿਸ ਤਰ੍ਹਾਂ ਹੋਏਗਾ, ਉਹ ਬਹੁਤ ਵਧੀਆ ਹੋਏਗਾ। ਮੈਂ ਤਾਂ ਸਮਝਾਂ ਕਿ ਜਿਸ ਵੇਲੇ ਮਨੁੱਖ ਦਾ ਅੰਦਰ ਸ਼ਿੰਗਾਰਿਆ ਹੋਏਗਾ, ਬਾਹਰਲੇ ਸ਼ਿੰਗਾਰ ਦੀ ਲੋੜ ਹੀ ਨਹੀਂ ਰਹਿਣੀ, ਕਿਉਂਕਿ ਸਤਿਗੁਰੂ ਵੱਲੋਂ ਉਹਨੂੰ ਐਸੀ ਬਖਸ਼ਿਸ਼ ਮਿਲਣੀ ਹੈ। ਔਰ ਜਿਹੜਾ ਮਹਾਰਾਜ ਨੇ ਬਾਣੀ ਜਪਜੀ ਸਾਹਿਬ ਸੁਣ ਕੇ ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਰਨ, ਉਹ ਹਮੇਸ਼ਾ ਵਿਗਾਸ 'ਚ ਰਹੇਗਾ, ਚੜ੍ਹਦੀ ਕਲਾ 'ਚ ਰਹੇਗਾ। ਉਹਨੂੰ ਫਿਰ ਦੁਨਿਆਵੀ ਸ਼ਿੰਗਾਰ ਦੀ ਜਾਂ ਦੁਨੀਆ ਦੀ ਕਮੈਂਟਸ ਦੀ ਕੋਈ ਪਰਵਾਹ ਨਹੀਂ। ਤੋ ਇੱਕ ਵਾਰੀ ਫੇਰ ਭੈਣ ਜੀ ਆਪ ਦਾ ਧੰਨਵਾਦ ਹੈ। ਤੋ ਸੰਗਤ ਜੀ, ਅਗਲਾ ਸਵਾਲ ਜੋ ਆਪ ਜੀ ਵੱਲੋਂ ਆਇਆ ਉਹ ਵਾਰ ਮਾਝ ਕੀ ਮਹਿਲਾ ਪਹਿਲਾ, ਜੋ ਉਹਦੇ ਚੋਂ ਸ਼ਲੋਕ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਗੁਰੂ ਗ੍ਰੰਥ ਸਾਹਿਬ ਦੇ ਪੰਨਾ 144 ਤੇ। ਉਹਦੇ ਦੀ ਤੁਕ ਹੈ, ਜੀਵੇ ਦਾਤਾ ਮਰੈ ਨ ਕੋਏ। ਤੋ ਸਵਾਲ ਕਰਤਾ ਨੇ ਪੁੱਛਿਆ ਕਿ ਇਹਦਾ ਭਾਵ ਕੀ ਹੈ ਕਿ ਜੀਵੇ ਦਾਤਾ ਮਰੈ ਨ ਕੋਏ। ਤੋ ਤੁਹਾਡੇ ਸਾਹਮਣੇ ਡਿਸਪਲੇ ਵੀ ਕਰਤਾ ਵੀਰ ਜੀ ਨੂੰ, ਔਰ ਮੈਂ ਬੇਨਤੀ ਕਰਾਂਗਾ MP ਸਿੰਘ ਜੀ ਨੂੰ ਕਿ ਉਹ ਇਹਦੇ ਬਾਰੇ ਸਾਨੂੰ ਇਹਦੇ ਭਾਵ ਅਰਥ ਵੀ ਦੱਸਣ। MP ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਜਿਸ ਪੰਕਤੀ ਬਾਰੇ ਸਵਾਲ ਪੁੱਛਿਆ ਗਿਆ ਹੈ, ਮਾਝ ਕੀ ਵਾਰ ਦੀ ਪੌੜੀ ਨੰਬਰ 14 ਦੇ ਨਾਲ ਜਿਹੜੇ 2 ਸ਼ਲੋਕ ਹਨ, ਉਹਨਾਂ ਵਿੱਚੋਂ ਦੂਸਰੇ ਸ਼ਲੋਕ ਦੀ ਇਹ ਪੰਕਤੀ ਹੈ। ਤੋ ਜਿਵੇਂ ਅਸੀਂ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਸੇ ਪੰਕਤੀ ਦਾ ਵੀ ਸਵਾਲ ਪੁੱਛਿਆ ਜਾਏ ਤੇ ਉਹਦੇ ਬਾਰੇ ਹਮੇਸ਼ਾ ਕਹਿੰਦੇ ਹਾਂ ਕਿ ਜਿਸ ਸ਼ਬਦ ਵਿੱਚੋਂ ਵੀ ਬਾਣੀ ਦੀ ਪੰਕਤੀ ਦਾ ਅਰਥ ਪੁੱਛਿਆ ਜਾਂਦਾ ਹੈ, ਪਹਿਲਾਂ ਉਹਦੇ ਰਾਹ ਵੱਲ ਧਿਆਨ ਧਰ ਕੇ ਉਹਦੇ ਮੁਤਾਬਕ ਹੀ ਬਾਕੀ ਪੰਕਤੀਆਂ ਦੇ ਅਰਥ ਕਰਨੇ ਚਾਹੀਦੇ ਹਨ। ਵਾਰਾਂ ਦੇ ਅੰਦਰ ਪੌੜੀ ਜਿਹੜੀ ਹੈ ਉਹ ਮੁੱਖ ਭਾਵ ਰੱਖਦੀ ਹੈ, ਤੇ ਸ਼ਲੋਕ ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਦਰਜ ਕੀਤੇ ਉਹ ਪੌੜੀ ਦੇ ਨਾਲ ਰਲਦੇ ਮਿਲਦੇ ਭਾਵਾਂ ਦੇ ਹੀ ਸ਼ਲੋਕ ਦਰਜ ਕੀਤੇ। ਤੋ ਇਸ ਲਈ ਜਦੋਂ ਸ਼ਲੋਕ ਦੀ ਕਿਸੇ ਪੰਕਤੀ ਦਾ ਅਰਥ ਕਰਨਾ ਹੈ ਤਾਂ ਪਹਿਲਾਂ ਪੌੜੀ ਦੇ ਭਾਵ ਅਰਥ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਤੋ ਇਹ ਜੋ 14ਵੀਂ ਪੌੜੀ ਹੈ ਉਹ ਜਿਵੇਂ ਆਪ ਜੀ ਦੇ ਸਾਹਮਣੇ ਨਜ਼ਰ ਆ ਰਹੀ ਹੈ, ਉਸ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜੋ ਗੱਲ ਸਾਡੇ ਵਾਸਤੇ ਸਮਝਾਈ ਹੈ ਕਿ ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ, ਗੁਰਮਤੀ ਆਪ ਗਵਾਏ ਨਾਮ ਧਿਆਈ ਹੈ, ਦੂਜੀ ਕਾਰੈ ਲੱਗ ਜਨਮ ਗਵਾਈ ਹੈ, ਵਿਨ ਨਾਮ ਸਭ ਵਿਸ ਪੈਜਿਆ ਖਾਈ ਹੈ, ਸੱਚਾ ਸ਼ਬਦ ਸਲਾਹ ਸੱਚ ਸਮਾਈ ਹੈ, ਵਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ, ਫਿਰ ਆਈ ਹੈ ਦੁਨੀਆ ਖੋਟੀ ਰਾਸ, ਕੂੜ ਕਮਾਈ ਹੈ, ਨਾਨਕ ਸੱਚ ਖਰਾ ਸਾਲਾ ਪਤ ਸਿਉ ਜਾਈ ਹੈ। ਤੇ ਪੌੜੀ ਦੀ ਵੀ ਜਿਹੜੀ ਅੰਤਲੀ ਪੰਕਤੀ ਹੁੰਦੀ ਹੈ ਉਹਦੇ ਵਿੱਚ ਇੱਕ ਤਰੀਕੇ ਦੇ ਨਾਲ ਕਨਕਲੂਜਨ ਵੀ ਦੇ ਦਿੱਤਾ ਜਾਂਦਾ ਹੈ। ਸੋ ਇਸ ਪੌੜੀ ਦੇ ਅੰਦਰ ਜੋ ਮੈਸੇਜ ਹੈ ਉਹਨੂੰ ਜੇ ਸੰਖੇਪ ਵਿੱਚ ਸਮਝਣਾ ਹੋਵੇ ਤੇ ਆਖਰੀ 2 ਪੰਕਤੀਆਂ ਤੋਂ ਅਸੀਂ ਸੇਧ ਲਾਈਏ। ਗੁਰੂ ਸਾਹਿਬ ਕਹਿੰਦੇ ਹਨ ਕਿ ਦੁਨੀਆ ਖੋਟੀ ਰਾਸ ਕੂੜ ਕਮਾਈ ਹੈ,
ਨਾਨਕ ਸੱਚ ਖਰਾ ਸਲਾਹ ਪਤ ਸਿਉ ਜਾਈਏ। ਕਿ ਨਿਰੋਲ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਕਰਕੇ ਹੀ ਇਨਸਾਨ ਇੱਥੋਂ ਇੱਜ਼ਤ ਦੇ ਨਾਲ ਇਸ ਦੁਨੀਆ ਚੋਂ ਜਾ ਸਕਦਾ ਹੈ। ਨਹੀਂ ਤਾਂ ਦੁਨੀਆ ਦੇ ਵਿੱਚ ਜਿਹੜੇ ਆਮ ਕੋਈ ਬੰਦਾ ਆਪਣੇ ਸਵਾਸਾਂ ਦੀ ਪੂੰਜੀ ਨੂੰ ਵਰਤ ਕੇ ਜੋ ਕੰਮ ਕਰਦਾ ਹੈ ਉਹ ਕੇਵਲ ਕੂੜ ਦੀ ਹੀ ਕਮਾਈ ਹੁੰਦੀ ਹੈ, ਝੂਠ ਦਾ ਵਪਾਰ ਹੀ ਹੁੰਦਾ ਹੈ। ਉਹਨਾਂ ਕੰਮਾਂ ਵਾਸਤੇ ਇਨਸਾਨ ਆਪਣੀ ਜ਼ਿੰਦਗੀ ਦੇ ਸਾਰੇ ਸਵਾਸ ਲਗਾ ਦਿੰਦਾ ਹੈ ਜਿਨ੍ਹਾਂ ਨੇ ਉਹਦੇ ਨਾਲ ਨਿਭਣਾ ਨਹੀਂ ਹੁੰਦਾ। ਸੋ ਇਸ ਵਿਚਾਰ ਨੂੰ ਹੀ ਧਿਆਨ ਵਿੱਚ ਰੱਖਦਿਆਂ ਹੋਇਆਂ ਹੁਣ ਆਓ ਅਸੀਂ ਸ਼ਲੋਕ ਜਿਹੜਾ ਜਿਹਦੇ ਵਿੱਚੋਂ ਇਹ ਪੰਕਤੀ ਸਵਾਲ ਦੇ ਅਧੀਨ ਜਿਹੜੀ ਆਈ ਹੈ ਉਹ ਦੂਜਾ ਸ਼ਲੋਕ ਹੈ, ਮਹਿਲਾ ਪਹਿਲਾ। ਇੱਕ ਮਾਸ ਹਾਰੀ ਇੱਕ ਤ੍ਰਿਨ ਖਾਏ, ਇੱਕ ਨਾ 36 ਅੰਮ੍ਰਿਤ ਪਾਏ, ਇੱਕ ਮਿੱਟੀਆਂ ਮੈਂ ਮਿੱਟੀਆਂ ਖਾਏ, ਇੱਕ ਪੌਣ ਸ਼ੁਮਾਰੀ ਪੌਣ ਸ਼ੁਮਾਰ, ਇੱਕ ਨਿਰੰਕਾਰੀ ਨਾਮ ਆਧਾਰ। ਜੀਵੇ ਦਾਤਾ ਮਰੈ ਨਾ ਕੋਏ, ਨਾਨਕ ਮੁੱਠੇ ਜਾਏ ਨਾ ਹੀ ਮਨ ਸੋਏ। तो गल शुरू होती है श्लोक के अंदर कि भाई दुनिया विच भांत भांत के लोग ने, आपो अपनी समझ के मुताबिक अपनी जिंदगी बतीत कर रहे हैं, जिंदगी के स्वासां की पूंजी नूं वरत रहे हैं। कोई चंगे कामां 'च वरत रहे हैं, कोई माड़े कामां 'च वरत रहे हैं, कई सिर्फ स्वादां विच ही पए हुए हैं। तो ऐसे लोगों की गल करदे होया कहंदे हन कि दुनिया दे विच कई लोग अपनी जीभ के स्वाद के सदका मांसाहारी भोजन पसंद करते हैं तो वो मांस वाले भोजन का ही आहार करते हैं। कई केवल वैजीटेरियन होंदे हन, वो सिर्फ शाकाहारी भोजन करते हैं। तो उन्होंने वास्ते गुरु साहब ने लफज वरते हैं त्रिन खाए। त्रिन का आखिरी अर्थ होंदा है तिनका, भाव घास फूस। आम तौर पर मांस खाण वाले शाकाहारियों नूं घास फूस खाण वाले की तुलना देंदे हैं। तो अर्थ भाव अर्थ यही है भी वो मांस नहीं खाते। दूसरी पंक्ति गुरु साहब कहते हैं कि एक होर ऐसे हैं जिहड़े कई किस्मां दे भोजन छकते हैं, वो अफोर्ड कर सकते हैं और वो इन्ने स्वादां दे विच खचत भी हैं कि वो 36 प्रकार के भोजन करते हैं। तो जिवें अजकल भी सानूं इहो जिहियां मिसालां देखण नूं मिलदियां हैं, जदों खास तौर पर कोई समाजिक फंक्शन हुंदे हैं तो अजकल की 36 की गिनती की कोई लिमिट ही नहीं है, सैकड़े की गिनती च पकवान तैयार किए जाते हैं। ये दुनिया के लोगों का वरतारा ये भी देखने को मिलता है। अगली पंक्ति गुरु साहब कहते हैं एक मिट्टियां मैं मिट्टियां खाए। तो कुछ एक बेचारियां नूं ऐसी जीवन की अवस्था मिली होंदी है कि वो बेचारे कुछ अफोर्ड ही नहीं कर सकते। तो मानो इउं होंदा है कि जिवें मिट्टी घट्टा ही फकदे हैं, उन्होंने चज की खुराक भी नहीं मिलती। कई जीव भी ऐसे होंदे हैं जिहड़े रहिंदे ही मिट्टी विच हन ते वो मिट्टी दे विचों ही उन्होंने खुराक मिलती है। तो वो भी इस परमात्मा की कुदरत विच ये भी उसकी कुदरत का ही अंग हैं। एक पौन सुमारी पौन सुमार। इत्थे जो जिक्र आया है वो उन्होंने लोगों बारे आया है जिहड़े स्वासां नूं कंट्रोल करके अपनी लंबी उम्र करने का यतन करते रहते हैं, प्राणायाम आदि करते हैं। तो ऐसे भी कई लोग हैं जिहड़े सिर्फ अपने स्वासां के कंट्रोल के विच ही लगे रहते हैं और अपनी जिंदगी लंबी कर लेंदे हैं स्वासां नूं रोक रोक के। तो इस तरीके के भी लोग दुनिया मिलते हैं। अजकल भी ये चीज़ों का काफ़ी प्रचलन है, खास तौर पर जो योगा करते हैं वो प्राणायाम के भी काफ़ी अपना समा लगाते हैं। तो ये चारों पहलियां पंक्तियां जड़ियां हैं उन्होंने भांत भांत के कर्म करने वाले लोगों का, जिन्हों का जीभां का स्वाद है या जिन्हों की अवस्था चंगी है, जिन्हों की माड़ी है, या जिहड़े सिर्फ उम्र लंबी करने के आड़ च लगे हुए हैं उन्हों का वर्णन किया है। अगली पंक्ति गुरु साहब कहते हैं कि एक निरंकारी नाम आधार। पर कुछ एक ऐसे लोग भी हैं, एक लफज आप ध्यान करोगे जिथे किधरे भी एक लफज आया है वो एक कक्के नूं सियारी दे नाल आया है जो कि बहुवचन का लखायक है, या एक ना लफज आया है वो भी बहुवचन का लखायक है। तो जिथे भी एक या एक ना लफज आया है उसका अर्थ है कई सारे, बहुत लोग, कई लोग ऐसे हैं। सो एक निरंकारी नाम आधार, कई एक ऐसे लोग हैं ਜਿਹੜੇ ਲੋਕੀ केवल ਤੇ केवल निरंकार प्रभु ਨੂੰ ही अपने हृदय ਚ ਉਹਦੀ याद ਨੂੰ ਵਸਾਈ ਰੱਖਦੇ ਹਨ और उन्होंने ਦਾ जीवन का आसरा ही प्रभु का नाम ही है। ਉਹਦਾ ਇਹ मतलब नहीं है कि वो खुराक खाते ही नहीं हैं। भाव अर्थ यह है कि भी उन्होंने रुचि जी है वो जीभ के स्वाद या ਵੱਖ-ਵੱਖ पदार्थों को हासिल करने वाले पासे नहीं है। उन्होंने सुरत हमेशा
ਪ੍ਰਭੂ ਦੇ ਨਾਮ, ਪ੍ਰਭੂ ਦੇ ਪਿਆਰ ਵਿੱਚ ਜੁੜੀ ਰਹਿੰਦੀ ਹੈ। ਪਰ ਸਰੀਰ ਦੇ ਜਿਹੜੇ ਸਾਧਨ ਹਨ, ਖਾਣਾ ਖੁਰਾਕ ਵਗੈਰਾ, ਉਹ ਸਿਰਫ ਉਹ ਗੁਜ਼ਾਰੇ ਮਾਤਰ ਹੀ ਕਰਦੇ ਹਨ, ਉਹਦੇ ਵੱਲ ਆਪਣਾ ਮਨ ਦੀ ਰੁਚੀ ਨਹੀਂ ਲਗਾਉਂਦੇ। ਤੋ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੂੰ ਤੇ ਨਾਮ ਦਾ ਹੀ ਆਧਾਰ ਹੈ, ਉਹਨਾਂ ਦਾ ਸਾਰੀ ਸੋਚ, ਸਾਰਾ ਧਿਆਨ ਪ੍ਰਭੂ ਦੇ ਨਾਮ ਦੇ ਵਿੱਚ ਹੀ ਜੁੜਿਆ ਹੁੰਦਾ ਹੈ। ਤੋ ਇਹ ਸਭ ਗੱਲਾਂ ਸਮਝਾ ਕੇ ਅਗਲੀ ਪੰਕਤੀਆਂ ਜਿਹੜੀਆਂ ਦੋ ਹਨ, ਉਹ ਦੋਨਾਂ ਇਕੱਠੀਆਂ ਲਿੰਕਡ ਹਨ ਆਪਸ ਵਿੱਚ। ਉਹਨਾਂ ਦੇ ਵਿੱਚ ਕੰਪੈਰੀਜ਼ਨ ਦੀ ਗੱਲ ਆਈ ਹੈ ਸਾਹਮਣੇ, ਬਈ ਜੀਵੈ ਦਾਤਾ ਮਰੇ ਨਾ ਕੋਏ, ਨਾਨਕ ਮੁੱਠੇ ਜਾਹੇ ਨਾ ਹੀ ਮਨ ਸੋਏ। ਮੁੱਠੇ ਦਾ ਅਰਥ ਹੁੰਦਾ ਹੈ ਠੱਗੇ ਜਾਣਾ। ਤੋ ਗੁਰੂ ਸਾਹਿਬ ਨੇ ਆਖਰੀ ਪੰਕਤੀ 'ਚ ਗੱਲ ਆਖੀ ਹੈ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਨਹੀਂ ਹੈ, ਉਹ ਤਾਂ ਮਾਨੋ ਜੀਵਨ ਦੀ ਬਾਜ਼ੀ ਵਿੱਚ ਲੁੱਟੇ ਜਾ ਰਹੇ ਹਨ, ਠੱਗੇ ਚਲੇ ਗਏ ਹਨ। ਭਾਵ ਜੀਵਨ ਉਹਨਾਂ ਨੇ ਆਪਣਾ ਅਜਾਈ ਗਵਾ ਦਿੱਤਾ ਹੈ। ਪਰ ਜਿਹੜੇ ਹਨ ਇੱਕ ਨਿਰੰਕਾਰੀ ਨਾਮ ਆਧਾਰ ਵਾਲੇ, ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਉਹ ਦਾਤਾ ਵਸਦਾ ਹੈ, ਉਹਨਾਂ ਦੇ ਹਿਰਦੇ ਵਿੱਚ ਉਹਦੀ ਯਾਦ ਵਸੀ ਰਹਿੰਦੀ ਹੈ। ਮਾਨੋ ਉਹ ਜਿਉਂਦੇ ਹੀ ਉਸਦੇ ਨਾਮ ਦਾ ਸਦਕਾ ਹਨ, ਜਿਵੇਂ ਕਿਹਾ ਹੈ ਕਿ ਇੱਕ ਨਿਰੰਕਾਰੀ ਨਾਮ ਆਧਾਰ। ਤੋ ਉਹਨਾਂ ਦੇ ਹਿਰਦੇ ਦੇ ਅੰਦਰ ਉਹਦੀ ਯਾਦ ਹੀ ਵਸਦੀ ਹੈ, ਮਾਨੋ ਦਾਤਾ ਉਹਨਾਂ ਦੇ ਅੰਦਰ ਹੀ ਜਿਉਂਦਾ ਹੈ, ਉਹਨਾਂ ਦੇ ਮਨ ਦੇ ਅੰਦਰ ਦਾਤਾ ਹੀ ਜਿਉਂਦਾ, ਉਹ ਜਿਉਂਦੇ ਹੀ ਉਹਦੇ ਸਹਾਰੇ ਤੇ ਹਨ। ਤੋ ਜਿਹੜਾ ਐਸਾ ਇਨਸਾਨ ਪ੍ਰਭੂ ਦੀ ਯਾਦ ਦੇ ਸਹਾਰੇ ਹੀ ਜਿੰਦਾ ਹੈ, ਜੀਵੈ ਦਾਤਾ ਤੋਂ ਭਾਵ ਹੋ ਗਿਆ ਜਿਹਦੇ ਹਿਰਦੇ ਦੇ ਅੰਦਰ, ਜਿਹਦੀ ਸੁਰਤ ਦੇ ਅੰਦਰ ਉਹ ਅਕਾਲ ਪੁਰਖ ਜਿਉਂਦਾ ਹੈ, ਵਸਦਾ ਹੈ, ਤਾਂ ਐਸਾ ਇਨਸਾਨ ਦੇ ਬਾਰੇ ਗੁਰੂ ਸਾਹਿਬ ਕਹਿੰਦੇ ਹਨ ਕਿ ਮਰੇ ਨਾ ਕੋਈ। ਐਸਾ ਕੋਈ ਇਨਸਾਨ ਕਦੀ ਵੀ ਆਤਮਕ ਮੌਤੇ ਨਹੀਂ ਮਰਦਾ। ਜਿਨ੍ਹਾਂ ਨੂੰ ਨਾਮ ਦਾ ਆਧਾਰ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਉਹ ਦਾਤਾ ਹਮੇਸ਼ਾ ਵਸਦਾ ਹੈ, ਜਿਹਦੀ ਯਾਦ ਹਮੇਸ਼ਾ ਉਹਨਾਂ ਦੇ ਹਿਰਦੇ 'ਚ ਵਸਦੀ ਹੈ, ਤਾਂ ਐਸਾ ਇਨਸਾਨ ਕਦੀ ਆਤਮਕ ਮੌਤੇ ਨਹੀਂ ਮਰਦਾ, ਕਿਉਂਕਿ ਪ੍ਰਭੂ ਉਹਨਾਂ ਦੀ ਯਾਦ 'ਚੋਂ ਕਦੀ ਵਿਸਰਦਾ ਨਹੀਂ ਹੈ, ਹਮੇਸ਼ਾ ਹੀ ਉਹਨਾਂ ਦੇ ਹਿਰਦੇ ਵਿੱਚ ਉਹਦੀ ਯਾਦ ਟਿਕੀ ਰਹਿੰਦੀ ਹੈ। ਪਰ ਇਸ ਦੇ ਉਲਟ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਸੋਏ ਲਫ਼ਜ਼ ਪ੍ਰਮਾਤਮਾ ਵਾਸਤੇ ਹੀ ਆਇਆ ਹੈ, ਜਿਨ੍ਹਾਂ ਦੇ ਮਨ ਵਿੱਚ ਉਹ ਪ੍ਰਭੂ ਨਹੀਂ ਵਸਦਾ, ਉਹ ਇਸ ਦੁਨੀਆ ਵਿੱਚ ਮਾਇਆ ਦੇ ਹੱਥੋਂ ਲੁੱਟੇ ਜਾਂਦੇ ਹਨ, ਵਿਕਾਰਾਂ ਦੇ ਵਿੱਚ ਹੀ ਆਪਣਾ ਜੀਵਨ ਅਜਾਈ ਗਵਾ ਲੈਂਦੇ ਹਨ ਤੇ ਜਨਮ ਆਪਣਾ ਵਿਅਰਥ ਗਵਾ ਕੇ ਚਲੇ ਜਾਂਦੇ ਹਨ। तो इतने ही वचन प्रवान करने जी, भैया भुल्ला की क्षमा। वाहिगुरू जी का खालसा, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਪੂਰਾ ਸ਼ਲੋਕ ਜਿਹੜਾ ਵਿਸਥਾਰ ਸਹਿਤ ਸਾਨੂੰ ਦੱਸਿਆ, ਤੇ ਮੈਂ ਆਸ ਕਰਦਾ ਕਿ ਜਿਨ੍ਹਾਂ ਨੇ ਇਹ ਸਵਾਲ ਕੀਤਾ ਉਹਨਾਂ ਨੇ ਦਾ ਉੱਤਰ ਮਿਲ ਗਿਆ ਹੈ, ਔਰ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਲਫ਼ਜ਼ਾਂ ਦੀ ਜਿਹੜੀ ਹੈ ਉਹਨਾਂ ਦੀ ਵਰਡ ਮੀਨਿੰਗ ਪਿੱਛੇ ਜਾਣ ਦੀ ਲੋੜ ਨਹੀਂ ਹੈ, ਭਾਵ ਕੀ ਹੈ ਉਹ ਬੜਾ ਜ਼ਰੂਰੀ ਹੈ। ਤੇ ਵੀਰ ਜੀ ਨੇ ਬੜੇ ਵਿਸਥਾਰ ਸਹਿਤ ਸਾਨੂੰ ਇਹ ਸ਼ਲੋਕ ਦਾ ਭਾਵ ਸਮਝਾਇਆ। ਧੰਨਵਾਦ ਵੀਰ ਜੀ। तो अगला जो सवाल है सत संगत जी, वो भी गुरबाणी की व्याख्या बारे है। राग मारू महला तीजा गुरु अमरदास साहब जी की रचना, ਉਹਦੇ ਵਿੱਚੋਂ ਇੱਕ ਸ਼ਲੋਕ ਹੈ ਜਿਹਦੀ ਇੱਕ ਤੁਕ ਹੈ, ਨਾਨਕ ਸੋਹੰਗ ਹੰਸਾ ਜਪ ਜਾਪੋ। तो ਇਹਦਾ ਅਰਥ ਵੀ ਸਵਾਲਕਰਤਾ ਨੇ ਪੁੱਛਿਆ। ਮੈਂ ਬੇਨਤੀ ਕਰ ਰਿਹਾ ਵੀਰ ਕਿੱਕਰ ਸਿੰਘ ਸਰ ਜਗੀਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਇਸ ਦਾ ਸਾਨੂੰ ਸਮਝਾਉਣ ਕਿ ਇਸ ਜਿਹੜੀ ਤੁਕ ਹੈ ਨਾਨਕ ਸੋਹੰਗ ਹੰਸ ਹੰਸਾ ਜਪ ਜਾਪੋ, तो ਇਸ ਸਵਾਲ ਭੇਜੇ ਸਾਹਿਬ ਮੇਲਾ ਸਿੰਘ ਜੀ ਨੇ। ਉਹ ਕਹਿੰਦੇ ਸੋਹੰਗ ਤੇ ਹੰਸਾ ਇਹਦਾ ਕੀ ਅਰਥ ਹੈ? ਸਰ ਜਗੀਰ ਸਿੰਘ। वाहिगुरू जी का खालसा, वाहिगुरू जी की फतेह। फतेह जी। वीर जी आवाज आ रही है जी? हाँ जी, हाँ जी, आ रही, करो जी। वीर जी ने पंक्ति दसी है, यह मारू की वार महला तीजा गुरु नानक साहब जी का पहला श्लोक है 19वीं पौड़ी का, जो कि गुरु नानक साहब के विच 1092 अंक के उपर दर्ज है। श्लोक ते दी विचार इस तरह है, पहला आप श्लोक की पूरी विचार कर लिए जी। हों मैं ना करी ता तू नाही, तू होवे हों नाहीं। हों मैं करी ता तू नाही, हे प्रभु जदों मैं हों हों करदा हाँ तदों तू मेरे अंदर प्रगट नहीं हुंदा। तू होवे हों नाहीं, पर जदों तू मेरे
ਹਿਰਦੇ ਅੰਦਰ ਆ ਵਸਦਾ ਹੈ ਤਾਂ ਮੇਰੀ ਹਉਮੈ ਮੁੱਕ ਜਾਂਦੀ ਹੈ। ਅਗਲੀ ਪੰਕਤੀ ਹੈ ਜੀ, ਬੂਝੋ ਗਿਆਨੀ ਬੂਝਣਾ ਇਹ ਅਕਥ ਕਥਾ ਮਨ ਮਾਹੇ। हे ਗਿਆਨਵਾਨ, ਅਕਥ ਪ੍ਰਭੂ ਦੀ ਇਹ ਡੂੰਗੀ ਰਾਜ ਵਾਲੀ ਗੱਲ ਆਪਣੇ ਮਨ ਵਿੱਚ ਸਮਝ। ਬਿਨ ਗੁਰ ਤਤ ਨਾ ਪਾਈਐ ਅਲਖ ਵਸੈ ਮਨ ਮਾਹੇ। ਅਲਖ ਜਿਹੜਾ ਲਿਖਿਆ ਨਾ ਜਾਵੇ ਪ੍ਰਭੂ, ਲੱਖ ਪ੍ਰਭੂ ਵਸਦਾ ਤਾਂ ਸਭ ਦੇ ਅੰਦਰ ਹੈ, ਪਰ ਇਹ ਅਸਲੀਅਤ ਗੁਰੂ ਤੋਂ ਬਿਨਾ ਨਹੀਂ ਲੱਭਦੀ। ਸਤਿਗੁਰ ਮਿਲੇ ਤਾਂ ਜਾਣੀਐ ਜਾਂ ਸ਼ਬਦ ਵਸੈ ਮਨ ਮਾਹੇ। ਜਦੋਂ ਗੁਰੂ ਮਿਲ ਪਵੇ, ਜਦੋਂ ਗੁਰੂ ਦਾ ਸ਼ਬਦ ਮਨ ਵਿੱਚ ਆ ਵਸੇ ਤਾਂ ਇਹ ਸਮਝ ਪੈਂਦੀ ਹੈ, ਸੋਝੀ ਆਉਂਦੀ ਹੈ। ਆਪ ਗਿਆ ਭਰਮ ਭਉ ਗਿਆ, ਜਨਮ ਮਰਨ ਦੁਖ ਜਾਹੇ। ਜਿਸ ਮਨੁੱਖ ਦੀ ਹਉ ਦੂਰ ਹੋ ਜਾਂਦੀ ਹੈ, ਮਾਇਆ ਦੀ ਖਾਤਰ ਭਟਕਣਾ ਮਿਟ ਜਾਂਦੀ ਹੈ, ਉਸ ਦੇ ਸਾਰੀ ਉਮਰ ਦੇ ਦੁੱਖ ਨਾਸ ਹੋ ਜਾਂਦੇ ਹਨ। ਇਹ ਹੈ ਜੀ, ਗੁਰਮਤਿ ਅਲਖ ਲਖਾਈਐ ਉਤਮ ਮਤ ਤਰਾਹੇ। ਗੁਰਮਤਿ ਅਲਖ ਲਖਾਈਐ, ਜਿਨ੍ਹਾਂ ਨੂੰ ਗੁਰੂ ਦੀ ਮਤ ਲਿਆ ਰੱਬ ਦਿਸ ਪੈਂਦਾ ਹੈ, ਰੱਬ ਦੀ ਸੋਝੀ ਹੋ ਜਾਂਦੀ ਹੈ, ਉਹਨਾਂ ਦੀ ਬੁੱਧ ਉਜਲ ਹੋ ਜਾਂਦੀ ਹੈ। ਉਹ ਇਹਨਾਂ ਦੁੱਖਾਂ ਦੇ ਸਮੁੰਦਰ ਤੋਂ ਤਰ ਜਾਂਦੇ ਹਨ, ਉਹਨਾਂ ਦਾ ਜਨਮ ਮਰਨ ਖਤਮ ਹੋ ਜਾਂਦਾ ਹੈ। ਅਖੀਰਲੀ ਪੰਕਤੀ ਹੈ ਜੀ, ਜਿਹੜਾ ਸਵਾਲ ਹੈ ਹੋਈ, ਨਾਨਕ ਸੋਹੰ ਹੰਸਾ ਜਪ ਜਾਪੋ ਤ੍ਰਿਭਵਨ ਤਿਸੈ ਸਮਾਹੇ। ਸੋਹੰ ਦਾ ਅਰਥ ਹੈ ਮੈਂ ਹਾਂ, ਹੈ ਜੀ, ਭਾਵ ਮੈਂ ਉਸ ਪ੍ਰਭੂ ਦਾ ਹੀ ਰੂਪ ਹਾਂ। ਸੋਹੰ ਹੰਸਾ ਜਪ, ਉਹ ਜਪ, ਉਹ ਸਿਮਰਨ ਜਿਸ ਨਾਲ ਉਹ ਮੈਂ ਅਤੇ ਮੈਂ ਉਹ ਹੋ ਜਾਏ। ਮਤਲਬ ਭਾਵ ਉਹ ਸਿਮਰਨ ਜਿਸ ਨਾਲ ਜੀਵ ਅਤੇ ਪ੍ਰਭੂ ਇੱਕ ਰੂਪ ਹੋ ਜਾਣ। ਪੂਰੀ ਪੰਕਤੀ ਦਾ ਅਰਥ ਬਣਿਆ, हे ਨਾਨਕ, ਤੂੰ ਵੀ ਸਿਮਰਨ ਕਰ ਜਿਸ ਨਾਲ ਤੇਰੀ ਆਤਮਾ ਪ੍ਰਭੂ ਨਾਲ ਇੱਕ ਰੂਪ ਹੋ ਜਾਏ। ਵੇਖ, ਤਰਲੋਕੀ ਦੇ ਜੀਵ ਉਸੇ ਵਿੱਚ ਟਿਕੇ ਹੋਏ ਹਨ, ਉਸੇ ਦੇ ਆਸਰੇ ਹਨ। ਗੁਰਬਾਣੀ ਵਿੱਚ ਸੋਹਣ ਦਾ ਅਰਥ ਹੈ ਪ੍ਰਭੂ ਦਾ ਰੂਪ ਹੋ ਜਾਣਾ, ਪ੍ਰਭੂ ਵਿੱਚ ਸਮਾ ਜਾਣਾ, ਪ੍ਰਭੂ ਵਰਗਾ ਹੋ ਜਾਣਾ। ਇਹ ਸ਼ਬਦ ਗੁਰਬਾਣੀ ਵਿੱਚ ਕਈ ਵਾਰ ਆਇਆ ਹੈ, ਜਿਵੇਂ ਸੋਹਣ ਸੋ ਜਾਂ ਕੋ ਹੈ ਜਾਪ, ਤਾਂ ਕੋ ਲਿਪਤ ਨਾ ਹੋਏ ਪੁੰਨ ਅਰ ਪਾਪ। 1162 ਅੰਕ ਦੇ ਉੱਤੇ ਇੱਕ ਪੰਕਤੀ ਦਰਜ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਇਹ ਲਗਨ ਸਦਾ ਹੈ ਕਿ ਮੈਂ ਅਤੇ ਪ੍ਰਭੂ ਇੱਕ ਰੂਪ ਹਾਂ, ਭਾਵ ਮੇਰੇ ਅੰਦਰ ਪ੍ਰਭੂ ਦੀ ਜੋਤ ਵਸ ਰਹੀ ਹੈ, ਜਿਸ ਮਨੁੱਖ ਉੱਤੇ ਪੁੰਨ ਤੇ ਪਾਪ ਦਾ ਕੋਈ ਪ੍ਰਭਾਵ ਨਹੀਂ ਪੈ ਸਕਦਾ, ਭਾਵ ਜਿਸ ਨੂੰ ਕੋਈ ਵਿਕਾਰ ਖਿੱਚ ਨਹੀਂ ਪਾ ਸਕਦਾ, ਉਸ ਦੀ ਲਿਵ ਪ੍ਰਭੂ ਨਾਲ ਜੁੜੀ ਜਾਣੋ ਜੀ। ਇਸ ਅਵਸਥਾ ਨੂੰ ਰਵਿਦਾਸ ਜੀ ਇਸ ਤਰ੍ਹਾਂ ਵਰਣ ਕਰਦੇ ਹਨ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਭਗਤ ਰਵਿਦਾਸ ਜੀ ਕਹਿ ਰਹੇ ਨੇ ਵੀ ਤੇਰੇ ਵਿੱਚ ਤੇ ਮੇਰੇ ਵਿੱਚ, ਮੇਰੇ ਵਿੱਚ ਤੇ ਤੇਰੇ ਵਿੱਚ ਕੈਸਾ ਅੰਤਰ ਹੈ, ਮਤਲਬ ਕੋਈ ਅੰਤਰ ਨਹੀਂ ਰਿਹਾ। ਕਨਕ ਕਟਕ ਉਦਾਹਰਨਾਂ ਦੇ ਰਹੇ ਹਨ। ਕਨਕ ਕਟਕ, ਕਣਕ ਕਹਿੰਦੇ ਸੋਨੇ ਨੂੰ, ਕਟਕ ਕਹਿੰਦੇ ਕੜੇ ਨੂੰ। ਜਿਵੇਂ ਸੋਨੇ ਦਾ ਕੜਾ ਹੋਵੇ ਜਾਂ ਸੋਨਾ ਹੋਵੇ, ਉਹ 'ਚ ਕੋਈ ਫਰਕ ਨਹੀਂ ਹੁੰਦਾ। ਤੇ ਦੂਜੀ ਐਗਜ਼ਾਮਪਲ ਦੇ ਰਹੇ ਨੇ, ਜਲ ਤਰੰਗ ਜੈਸਾ, ਵੀ ਜਿਵੇਂ ਪਾਣੀ ਹੋਇਆ ਜਾਂ ਪਾਣੀ ਦਾ ਲਹਿਰਾਂ ਹੋਣ, ਉਹਨਾਂ 'ਚ ਕੋਈ ਅੰਤਰ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਜੀਵ ਹੈ ਉਹ ਪਰਮਾਤਮਾ ਦੇ ਵਿੱਚ ਇੱਕ ਰੂਪ ਹੋ ਜਾਂਦਾ ਹੈ। ਅੱਗੇ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਇਹ ਵੀ ਉਸੇ ਅਵਸਥਾ ਦੀ ਗੱਲ ਹੈਗੀ ਹੈ ਜੀ। ਫਿਰ ਕਿਹਾ ਗਿਆ, ਨਾਨਕ ਹਰ ਜਨ ਹਰ ਇੱਕੈ ਹੋਏ, ਹਰ ਜਪ ਹਰ ਛੇਤੀ ਰਲਿਆ। ਹਰ ਜਪ ਹਰ ਛੇਤੀ ਰਲਿਆ ਜੀ। ਤੇ ਅੱਗੇ ਫਿਰ ਗੁਰੂ ਰਾਮਦਾਸ ਜੀ ਕਹਿੰਦੇ ਹਨ, ਹਰ ਜਨ ਹਰ ਹਰ ਹੋਇਆ, ਹਰੀ ਦਾ ਜਨ ਹਰੀ ਦਾ ਰੂਪ ਹੀ ਹੋ ਜਾਂਦਾ ਹੈ। ਨਾਨਕ ਹਰ ਇੱਕੈ। ਅਗਲੇ ਗੁਰੂ ਅਰਜਨ ਦੇਵ ਜੀ ਵੀ ਇਹਦੇ ਵਿੱਚ ਗੁਰਬਾਣੀ ਵਿੱਚ ਫਰਮਾਉਂਦੇ ਹਨ, ਜਿਨ੍ਹਾਂ ਨਾਲ ਵਿਸਰੈ ਨਾਮ ਸੇ ਕਨੇਹਿਆ,
ਭੇਦ ਨਾ ਜਾਣੋ ਮੂਲ ਸਾਈਂ ਜੇ ਹਿਆ। ਜੀ ਫਿਰ ਅੱਗੇ ਗੁਰੂ ਅਰਜਨ ਦੇਵ ਜੀ ਫਿਰ ਦੁਬਾਰਾ ਦੱਸ ਰਹੇ ਨੇ, ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਇਹ ਸਾਰੀ ਅਵਸਥਾ ਸੋਹਣ ਦੀ ਦੱਸੀ ਗਈ ਹੈ ਜੀ। ਕਬੀਰ ਜੀ ਵੀ ਫਰਮਾਨ ਕਰ ਰਹੇ ਹਨ, ਜਬ ਹਮ ਹੋਤੇ तब तुम नाही, अब तुम हो हम नाही, अब हम तुम एक पए हैं, एक देख मन पत्याही। ਹੁਣ ਇਹਦੀ ਐਗਜ਼ਾਮਪਲ ਦੇਖ ਲਓ, ਭਾਈ ਕਨਈਆ ਜੀ ਸੀਗੇ, ਉਹ ਵੈਰੀਆਂ ਨੂੰ ਵੀ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾ ਰਹੇ ਸੀਗੇ। ਨਾ ਕੋ ਵੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਣ ਆਈ। ਅੱਗੇ ਜਿਉਂ ਜਲ ਮੈਂ ਜਲ ਆਏ ਖਟਾਨਾ, ਜਿਸ ਤਰ੍ਹਾਂ ਪਾਣੀ ਪਾਣੀ ਦੇ ਵਿੱਚ ਮਿਲ ਜਾਂਦਾ ਹੈ, ਕਿਉਂ ਜੋਤੀ ਸੰਗ ਜੋਤ ਸਮਾਨਾ। ਇਸ ਤਰ੍ਹਾਂ ਜੀਵ ਦੀ ਜਿਹੜੀ ਜੋਤ ਹੈ ਉਹ ਪ੍ਰਮਾਤਮਾ ਦੀ ਜੋਤ ਦੇ ਵਿੱਚ ਇੱਕ ਹੋ ਜਾਂਦੀ ਹੈ। ਜੇ ਹੁਣ ਕੋਈ ਨਦੀ ਹੈ ਸਮੁੰਦਰ ਦੇ ਵਿੱਚ ਮਿਲ ਜਾਵੇ ਤਾਂ ਉਹ ਨਦੀ ਆਪਾਂ ਖਤਮ ਕਰ ਦਿੰਦੀ ਹੈ। ਹੁਣ ਅਸੀਂ ਇਹ ਨਹੀਂ ਕਹਿ ਸਕਦੇ ਇਹ ਗੰਗਾ ਹੈਗੀ ਹੈ, ਜਮਨਾ ਹੈਗੀ ਆ, ਉਹ ਸਮੁੰਦਰ ਹੀ ਕਹਾਉਂਦੀ ਹੈ। ਇਸੇ ਤਰ੍ਹਾਂ ਜੋ ਜੀਵ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਪ੍ਰਮਾਤਮਾ ਦਾ ਰੂਪ ਹੀ ਹੋ ਜਾਂਦੇ ਹਨ ਜੀ। ਜੋ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਅੱਗੇ ਕਬੀਰ ਜੀ ਫਿਰ ਦੁਬਾਰਾ ਦੱਸ ਰਹੇ ਨੇ, ਅਬ ਤੋਂ ਜਾਏ ਚੜੇ ਸੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਣੀ। ਇਸ ਤਰ੍ਹਾਂ ਇਹ ਸੋਹਣ ਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਹੀ ਰੱਬ ਹਾਂ ਜੀ, ਰੱਬ ਕੋਈ ਹੋਰ ਨਹੀਂ। ਇਹ ਸੋਹਣ ਦਾ ਮਤਲਬ ਇਹ ਨਹੀਂ ਹੈਗਾ। ਸੋਹਣ ਦਾ ਮਤਲਬ ਇਹ ਹੈਗਾ ਵੀ ਮੈਂ ਰੱਬ ਦਾ ਰੂਪ ਹਾਂ ਜੀ। ਇਤਨੀ ਇੱਕ ਬੇਨਤੀ ਪ੍ਰਵਾਨ ਕਰਨਾ ਜੀ, ਗਲਤੀ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲ 'ਚ ਇਹ ਜਿਹੜੇ ਸ਼ਬਦ ਨੇ ਸੋਹਣ ਹੰਸਾ, ਤੋ ਇਹ ਵਾਕਈ ਇਹ ਬੜੇ ਆਮ ਮਤਲਬ ਕਿਉਂਕਿ ਵਰਤੋਂ 'ਚ ਨਹੀਂ ਆਉਂਦੇ, ਤਾਂ ਇਹਨਾਂ ਦੀ ਐਕਸਪਲੇਨੇਸ਼ਨ ਜੋ ਵੀਰ ਜਗੀਰ ਸਿੰਘ ਜੀ ਨੇ ਦਿੱਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਮੁੱਕਦੀ ਗੱਲ ਤੇ ਇਹ ਹੈ ਕਿ ਸਤਿਗੁਰੂ ਕਿਰਪਾ ਕਰੇ ਕਿ ਸਾਡਾ ਜੀਵਨ ਐਸਾ ਹੋ ਜਾਏ ਕਿ ਅਸੀਂ ਇਹ ਅਖਵਾ ਕੇ ਮਹਿਸੂਸ ਕਰੀਏ, ਮਾਣ ਕਰੀਏ ਕਿ ਅਸੀਂ ਰੱਬ ਦੇ ਪੁੱਤਰ ਤੇ ਰੱਬ ਦੇ ਸਪੁੱਤਰ। ਤੋ ਆਓ ਆਪਸ ਸਪੁੱਤਰ ਬਣੀਏ। ਤੋ ਉਹਦੇ ਲਈ ਕੀ ਹੈ ਕਿ ਜਿਸ ਵੇਲੇ ਸਾਡਾ ਜਿਵੇਂ ਇਸ ਤੋਂ ਪਹਿਲਾਂ ਵਿਚਾਰ ਆਇਆ ਸੀਗਾ, ਉਹਦੇ 'ਚ ਸੀਗਾ ਕਿਵੇਂ ਅਸੀਂ ਸਚਿਆਰ ਬਣਨਾ। ਜੇ ਸਾਡਾ ਜੀਵਨ ਸਚਿਆਰ ਹੋਏਗਾ, ਜਿੱਥੇ ਅਸੀਂ ਮਾਣ ਕਰਾਂਗੇ ਕਿ ਅਸੀਂ ਵਾਹਿਗੁਰੂ ਦੇ ਸਪੁੱਤਰ ਹਾਂ, ਉੱਥੇ ਸਾਨੂੰ ਜੋ ਆਤਮਿਕ ਖੇੜਾ ਮਿਲੇਗਾ ਉਹ ਕਿਸੇ ਲਫ਼ਜ਼ਾਂ ਵਿੱਚ ਐਕਸਪਲੇਨ ਨਹੀਂ ਕੀਤਾ ਜਾ ਸਕਦਾ। ਤੋ ਵੀਰ ਜਗੀਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ ਆਓ, ਆਪਾਂ ਸਵਾਲ ਸਾਡੇ ਕੋਲ ਹੋਰ ਵੀ ਹਨ, ਸਮਾਂ ਬੜੀ ਤੇਜ਼ੀ ਨਾਲ ਦੌੜ ਰਿਹਾ। ਅਗਲਾ ਜਿਹੜਾ ਸਵਾਲ ਹੈ ਸਾਧ ਸਿੰਘ ਜੀ, ਉਹ ਫਿਲਾਸਫੀ ਦਾ ਸਵਾਲ ਹੈ ਕਿ ਔਰ ਬੜਾ ਡੂੰਘਾ ਹੈ, ਜਿਹੜਾ ਅਕਸਰ ਅਸੀਂ ਦੇਖਦੇ ਹਾਂ ਕਿ ਉਹਦੇ ਤੇ ਸਵਾਲ ਕੀਤੇ ਜਾਂਦੇ ਵੀ ਇਹ ਲੋਕ ਕੀ ਹੈ, ਪਰਲੋਕ ਕੀ ਹੈ। ਤੋ ਸਾਨੂੰ ਜਿਹੜਾ ਸਵਾਲ ਆਇਆ ਸਾਬਰੀਕ ਸਿੰਘ ਜੀ ਵੱਲੋਂ, ਉਹਨਾਂ ਨੇ ਵੀ ਇਹ ਪੁੱਛਿਆ ਕਿ ਲੋਕ ਪਰਲੋਕ ਇਹ ਜਿਹੜੇ ਸ਼ਬਦ ਨੇ ਇਹਨਾਂ ਦਾ ਭਾਵ ਕੀ ਹੈ। ਤੋ ਮੈਂ ਬੇਨਤੀ ਕਰ ਰਿਹਾ ਸਾਂ ਹਰਜੀਤ ਸਿੰਘ ਜੀ ਨੂੰ ਕਿ ਆਓ ਕਿਰਪਾ ਕਰੋ, ਦੱਸੋ ਕਿ ਇਹ ਲੋਕ ਤੇ ਪਰਲੋਕ ਇਹ ਆਦਿਕ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ ਨੇ, ਜਾਂ ਅਸੀਂ ਵੈਸੇ ਜਿਹੜੇ ਨੇ ਕਥਾ ਵਿੱਚ ਲੈਕਚਰ ਵਿੱਚ ਸੁਣਦੇ ਹਾਂ, ਤਾਂ ਇਹਦਾ ਕੀ ਭਾਵ ਹੈ? ਸਾਂ ਹਰਜੀਤ ਸਿੰਘ ਜੀ। ਵੀ ਤੇਜਿੰਦਰ ਸਿੰਘ ਜੀ ਨੇ ਉੱਤਰ ਦੇਣਾ ਵੀ। ਅੱਛਾ ਜੀ, ਸਤਜਿੰਦਰ ਸਿੰਘ ਜੀ ਤੁਸੀਂ ਦਰਸ਼ਨ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਜਿਵੇਂ ਵੀਰ ਜੀ ਨੇ ਉਹਨੇ ਕਿਹਾ ਹੀ ਹੈ ਕਿ ਜਿਹੜੇ ਆਮ ਜਿਹੜੇ ਸਮਾਜ ਵਿੱਚ ਹੁੰਦੇ ਨੇ ਲਫ਼ਜ਼ ਲੋਕ ਪਰਲੋਕ, ਉਹ ਜੇ ਅਸੀਂ ਇਹਨਾਂ ਦੇ ਡਿਕਸ਼ਨਰੀ ਮੀਨਿੰਗ ਲਈਏ ਤੇ ਲੋਕ ਦਾ ਭਾਵ ਤੇ ਇਹ ਹੈ ਕਿ ਇਸ ਦੇ ਡਿਕਸ਼ਨਰੀ ਵਿੱਚ ਇਹੀ ਹਨ ਕਿ ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ਸੰਗਿਆ ਹੈ ਕਿ ਭਵਨ ਬ੍ਰਹਿਮੰਡ ਦਾ ਹਿੱਸਾ, ਤਬਕ ਜਿਵੇਂ ਸੱਤ ਆਕਾਸ਼ ਸੱਤ ਪਤਾਲ ਜਿਹੜੇ ਹਨ ਉਹ ਮੁਸਲਮਾਨ ਸਮਝਦੇ ਹਨ, ਉਹ ਇਹਨੂੰ ਦੇਵਤਿਆਂ ਦੇ ਰਹਿਣ ਦੀ ਜਿਹੜੀ ਕੁੜੀਆਂ ਵੀ ਜਿਵੇਂ ਇੰਦਰ ਲੋਕ ਹੈ, ਸ਼ਿਵ ਲੋਕ ਹੈ ਵਗੈਰਾ, ਇਹ ਵੀ ਲੋਕ ਵੀ ਇਹਦੇ ਅਰਥ ਕਰਦੇ ਹਨ। ਜਦ ਲੱਲੇ ਨੂੰ ਓੜਾ ਤੇ ਕੱਕਾ ਇਹਦਾ ਮਤਲਬ ਲੋਕ ਵੀ ਕਹੇ ਜਾਂਦੇ ਹਨ
ਕਿ ਲੋਕ ਅਵਗਣਾ ਕੀ ਬਨੇ ਗੰਠੜੀ, ਇਸ ਤਰੀਕੇ ਨਾਲ ਵੀ ਇਹਦੇ ਲਫ਼ਜ਼ ਲਏ ਜਾਂਦੇ ਹਨ। ਲੇਕਿਨ ਗੁਰਮਤਿ ਅਨੁਸਾਰ ਅਸੀਂ ਅਰਥ ਇਹ ਲੈਣੇ ਨੇ ਕਿ ਜਿਸ ਧਰਤੀ ਦੇ ਉੱਪਰ ਜਿਸ ਮਾਤ ਲੋਕ ਜਿਹਨੂੰ ਅਸੀਂ ਗੁਰਬਾਣੀ ਜੀ ਕਹਿੰਦੇ ਹਨ, ਜਿਹਦੇ ਅਸੀਂ ਮਾਤਾ ਦੇ ਉਦਰ ਤੋਂ ਅਸੀਂ ਪੈਦਾ ਹੁੰਦੇ ਹਾਂ, ਇਸੇ ਲੋਕ ਨੂੰ ਹੀ ਅਸੀਂ ਜਿਹੜੀ ਹੈ ਉਹ ਲੋਕ ਕਹਿੰਦੇ ਹਾਂ। ਤੇ ਜਿੱਥੇ ਤੱਕ ਪਰਲੋਕ ਦੀ ਸਵਾਲ ਹੈ, ਉਹ ਮੈਂ ਤੇ ਇਹ ਗੱਲ ਬੇਨਤੀ ਆਪ ਜੀ ਨੂੰ ਕਰਾਂ ਕਿ ਸਾਡਾ ਸੰਬੰਧ ਇਸ ਲੋਕ ਦੇ ਨਾਲ ਉਨੀ ਦੇਰ ਹੈ ਜਿੰਨੀ ਦੇਰ ਤੱਕ ਸਾਡੇ ਸਵਾਸ ਚੱਲ ਰਿਹਾ। ਤੇ ਸਵਾਸ ਚੱਲਦਿਆਂ ਹੀ, ਸਵਾਸ ਲੈਂਦਿਆਂ ਹੀ ਸਾਡਾ ਇਸ ਜੀਵਨ ਦੇ ਅੰਦਰ ਜਿਹੜਾ ਹੈ ਉਹ ਇਸ ਲੋਕ ਦੇ ਨਾਲ, ਇਸ ਧਰਤੀ ਦੇ ਨਾਲ, ਇੱਥੇ ਦੇ ਨਾਲ ਸਾਡਾ ਸੰਬੰਧ ਹੈ। ਤੇ ਜਿਸ ਵੇਲੇ ਸਾਡੇ ਸਵਾਲ ਖਤਮ ਹੋ ਜਾਣ ਤੇ ਉਸ ਤੋਂ ਬਾਅਦ ਜਿਹੜੇ ਦੂਸਰੇ ਮਤ ਮਤਾਂਤਰ ਹਨ, ਉਹ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਨਾਤਨ ਮਤ ਹੈ, ਜਿਹੜੇ ਹਨ ਕ੍ਰਿਸਚੀਅਨਸ ਹਨ, ਜਾਂ ਜਿਹੜੇ ਇਸਲਾਮ ਧਰਮ ਦੇ ਬੰਦੇ ਹਨ, ਉਹ ਇਹਨਾਂ ਨੂੰ ਅਲੱਗ-ਅਲੱਗ ਨਾਵਾਂ ਨਾਲ ਕਹਿੰਦੇ ਹਨ ਵੀ ਜਿਹੜੇ ਇਸ ਤੋਂ ਬਾਅਦ ਉਹ ਕਿੱਥੇ ਜਾਂਦੇ ਹਨ। ਸਨਾਤਨ ਮਤ ਵਾਲੇ ਕਹਿੰਦੇ ਨੇ ਜਾਂ ਨਰਕਾਂ ਵੀ ਜਾਂਦੇ ਨੇ ਤੇ ਜਾਂ ਸੁਰਗਾਂ ਵੀ ਜਾਂਦੇ ਨੇ। ਤੇ ਇਸ ਤਰ੍ਹਾਂ ਹੀ ਜਿਹੜੇ ਇਸਲਾਮ ਧਰਮ ਵਾਲੇ ਹਨ, ਉਹ ਵੀ ਕਹਿੰਦੇ ਹਨ ਕਿ ਜਿਹੜੀ ਬਹਿਸ਼ਤ ਹੈ ਔਰ ਬਹਿਸ਼ਤ ਵਿੱਚ ਜਿਹੜੇ ਹਨ ਉਹ ਜਾਂਦੇ ਹਨ। ਲੇਕਿਨ ਸਾਡਾ ਸਿੱਖ ਮਤ ਦਾ ਇਹ ਵਿਚਾਰ ਹੈ ਕਿ ਨਾ ਤੇ ਸਾਡਾ ਅਸੀਂ ਨਰਕ ਤੋਂ ਡਰਨੇ ਆ ਤੇ ਨਾ ਸਾਡਾ ਕੋਈ ਸਵਰਗ ਵਾਲੇ ਪਾਸੇ ਜਾਣ ਦਾ ਸਾਡਾ ਕੋਈ ਇੱਛਾ ਹੈ ਕਿ ਅਸੀਂ ਸਵਰਗ ਵਿੱਚ ਜਾਈਏ। ਸਾਡਾ ਤਾਂ ਮਕਸਦ ਇਹ ਹੈ ਕਿ ਇਸ ਧਰਤੀ ਵਿੱਚ ਜਿੰਨੀ ਦੇਰ ਅਸੀਂ ਸਵਾਸ ਲੈ ਰਹੇ ਹਾਂ, ਅਸੀਂ ਆਪਣੇ ਅੰਦਰ ਕੋਈ ਗੁਣ ਧਾਰਨ ਕਰੀਏ, ਸਤ ਸੰਤੋਖ, ਦਇਆ, ਧਰਮ, ਧੀਰਜ, ਜਿਸ ਕਰਕੇ ਸਾਡਾ ਇਹ ਜੀਵਨ ਸਾਨੂੰ ਮਿਲਿਆ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਣੀ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਥ ਸਮਿਤ ਪਛ ਕੇ ਵਰਨਾ। तो इत्थे असी जिस काम वास्ते आए हैं, आए हो सुनन पढ़न को बाणी, नाम विसार लगे आ लालच बिरथा जन्म प्राणी, कि ये साडा जन्म बिरथा ना जाए, उस वास्ते असी इत्थे परमात्मा दा नाम सिमरन करिए, अपने अंदर गुण धारण करिए, क्योंकि बिन गुण कीते भगत ना होए। तो बिना गुणा नूं धारण कीते होया भगती नहीं हो सकती। तो वो गुणा नूं धारण करके असी अपना जीवन सफला कर सकते हैं। हर जन ऐसा चाहिए जैसा हर ही होए। तो हरि दे गुण जिहड़े हन वो जिहड़े हन गुणां दा समूह है कि जिन्हां नूं परमात्मा ने सब गुण तेरे मैं नाहीं कोए, बिन गुण कीते भगत ना होए। तो नानक निर्गुण गुण करे, गुणवंतियां गुण दे, ते जिन्हां को तेरे गुण हन वो भी तेरे दिते हुए हन, और उन्हां नूं ही जिहड़े गुणां दे नाल उन्हां दा जीवन जिहड़ा है वो सफला हो रहा। तो इत्थे गुरमत अनुसार यही परिभाषा है कि इस संसार दे विच जिथे असीं रह रहे हैं, जिथे साडा आला दुआला, जिथे साडा परिवार है, साडा संबंध है, साडे होर जिहड़े हन इत्थे साडे नाल साडी नेचर है, नेचर दे अंदर एनीमल्स हन, बर्ड्स हन, जो कुछ भी हन, पवन पानी अग्नि पताल जिसमें धरती थाप रखी धर्मशाल। तो यह धर्म कमाउण दी जिहड़ी जगह है, इस नूं ही असीं लोक समझदे हां, और इहदी गुरमत अंदर यही इहदी परिभाषा है। और बाकी जिहड़ी परलोक की गल है, वो परलोक की सानू कोई चिंता ही नहीं है। असीं ये समझते हैं कि ये लोक सुखी है ते परलोक सुहेले, वो जिन्हों मर्जी परलोक कहते रहे, लेकिन साडे वास्ते यही है कि साडा इस जन्म दे विच रह करके असीं प्रभु दा नाम सिमरन करके अपनी जिहड़ी इत्थे स्टे है, जिहड़ी सानू स्वासां दी पूंजी मिली हुई है, असीं उहनूं सफला करना है, अपने अंदर गुर धारण करने हैं, और परमात्मा नाल एक मिकता असीं हासिल करनी है। तो ये लोक दे जिहड़े अर्थ हैं, और परलोक बारे क्योंकि सारे एस्टीमेशन ही हैं, तो दूजे धर्मां दी जिहड़ी विचारधारा है उहदे नाल सिख मत जिहड़ा है शामिल नहीं है, जिसनूं जिवें मैं अगे दूसरे लोग दस्से ने कि वो लोग जिहड़े जिन्हों असीं ब्रह्म लोक भी कहने आ, शिव लोक भी कहने आ, कोई अलग पुरियां ब्रह्मपुरियां ने, शिवपुरी है, इंद्र इसे लोक नूं ही जिहड़ा है तरजीह देने आ। ते इस लोक दे विच असीं अपना जीवन सफल करना है। वाहिगुरू जी का खालसा, वाहिगुरू जी की फतेह। तो वीर जी ने लोक और परलोक की गल की है, और मैं बड़ी अच्छी गल उन्होंने दसी है कि दूसरे मतां दी जो उन्होंने विचारधारा है उन्होंने मुबारक है, परंतु सानू कोई लोक परलोक का एडा मतलब अभी नहीं है। सानू सिर्फ जो फिक्र है, बड़ा अच्छा उन्होंने गल दसी है कि फिक्र होना चाहिए इस लोक का, बई भाव जो साडा प्रेजेंट डे लाइफ है ये साडी वधिया होनी चाहिए है।
ਬਜਾਏ ਦੇ ਕਿ ਸੋਚੀਏ ਵੀ ਅੱਗੋਂ ਕੀ ਬਣੇਗਾ, ਅੱਗੋਂ ਤਾਂ ਉਹੀ ਬਣਨਾ ਜੋ ਬੀਜ ਕੇ ਜਾਵਾਂਗੇ। ਸੋ ਇਸ ਕਰਕੇ ਅੱਗੇ ਦਾ ਫਿਕਰ ਛੱਡੀਏ ਤੇ ਹੁਣ ਦਾ ਲਾਈਏ। ਔਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਮਕਲੀ ਰਾਗ ਚ ਬੜਾ ਵਧੀਆ ਇੱਕ ਸ਼ਬਦ ਕਿਹਾ ਕਿ ਇਹ ਲੋਕੇ ਸੁਖ ਪਾਇਆ ਨਹੀਂ ਭੇਟ ਧਰਮ ਆਇਆ। ਉਹ ਕਹਿੰਦੇ ਇਹ ਜਿਹੜਾ ਜੀਵਨ ਹੈ ਨਾ, ਇਹਦੇ ਚ ਮਤਲਬ ਇਸ ਜੀਵਨ ਨੂੰ ਸੁਖੀ ਬਣਾਓ, ਵਧੀਆ ਬਣਾਓ। ਤੋ ਉਂਝ ਵੀ ਜੇ ਮਤਲਬ ਵੀ ਜਿਹੜਾ ਪ੍ਰੈਜ਼ੈਂਟ ਵਿੱਚ ਜੀਵਨਾ ਉਹੀ ਅਸਲ ਜੀਵਨ ਹੈ। ਤੋ ਆਓ ਅਸੀਂ ਆਪਣਾ ਪ੍ਰੈਜ਼ੈਂਟ, ਨਹੀਂ ਤੇ ਹੁੰਦਾ ਕੀ ਹੈ ਕਿ ਤੰਤਰ ਮੰਤਰ ਜੰਤਰ ਜਾਂ ਹੋਰ ਜਿਹੜੀ ਚੀਜ਼ਾਂ ਨੇ ਉਹ ਮਨੁੱਖ ਨੂੰ ਜਾਂ ਤਾਂ ਉਹਦੇ ਪਾਸਟ ਦੀਆਂ ਚੀਜ਼ਾਂ ਯਾਦ ਕਰਾ ਕੇ ਉਹਨੂੰ ਡਰਾਉਂਦੀਆਂ ਨੇ, ਜਾਂ ਫਿਊਚਰ ਦੇ ਕੋਈ ਇਹੋ ਜਿਹੇ ਸੁਪਨੇ ਦਿਖਾਉਂਦੀਆਂ ਨੇ, ਜਾਂ ਕਈ ਡਰਾਵੇ ਪਾਉਂਦੀਆਂ ਨੇ। ਪਰ ਸਾਡੇ ਤੇ ਸਤਿਗੁਰਾਂ ਨੇ ਬਹੁਤ ਕਿਰਪਾ ਕੀਤੀ ਹੈ ਗੁਰਬਾਣੀ ਵਿੱਚ। ਜਿਵੇਂ ਵੀਰ ਤੇਜਿੰਦਰ ਸਿੰਘ ਜੀ ਨੇ ਗੁਰਬਾਣੀ ਦੀਆਂ ਤੁਕਾਂ ਦੇ ਕੇ ਵੀ ਸਮਝਾਇਆ ਕਿ ਸਾਨੂੰ ਮਤਲਬ ਹੈ ਵੀ ਇਹੋ ਜਿਹਾ ਕੋਈ ਖਿਆਲ ਰੱਖਣ ਦੀ ਲੋੜ ਹੀ ਨਹੀਂ ਹੈ। ਹਾਂ, ਜਿਹੜੀ ਗੱਲ ਦਾ ਖਿਆਲ ਰੱਖਣ ਦਾ ਉਹ ਲੋੜ ਹੈ ਕਿ ਇਹ ਜਿਹੜਾ ਮੇਰਾ ਜੀਵਨ ਚੱਲ ਰਿਹਾ, ਜਿਹੜੇ ਮੈਂ ਸਵਾਸ ਲੈ ਰਿਹਾ, ਮੈਂ ਇਹਨਾਂ ਨੂੰ ਸਫਲ ਕਰਕੇ ਜਾਵਾਂ। ਭਈ ਪ੍ਰਾਪਤ ਮਾਨਕ ਦੇ ਰਿਹਾ ਗੋਬਿੰਦ ਮਿਲ ਕੀ ਤੇਰੀ ਗੁਰੂ। ਸਾਨੂੰ ਤਾਂ ਇਹਦਾ ਹੀ ਫਿਕਰ ਹੋਣਾ ਚਾਹੀਦਾ ਹੈ। ਆਉਣ ਵਾਲਾ ਸਮਾਂ ਜਿਹੜਾ ਉਹ ਵਾਹਿਗੁਰੂ ਦੇ ਆਪਣੇ ਹੱਥ ਹੈ। ਉਹ ਜੇ ਅਸੀਂ ਸਹੀ ਰਾਸਤੇ ਚੱਲ ਰਹੇ ਹਾਂ ਤੇ ਫਿਰ ਸਾਨੂੰ ਕੋਈ ਫਿਕਰ ਨਹੀਂ ਹੋਣਾ ਚਾਹੀਦਾ ਕਿ ਸਾਡੇ ਨਾਲ ਅੱਗੋਂ ਕੀ ਹੋਣ ਵਾਲਾ। ਜਿਸ ਤਰ੍ਹਾਂ ਆਮ ਦੁਨੀਆਦਾਰੀ 'ਚ ਅਸੀਂ ਜਿਹੜੇ ਲੋਕ ਨੇਕ ਕੰਮ ਕਰਦੇ ਨੇ ਉਹਨੂੰ ਕੋਈ ਕਿਸੇ ਦਾ ਫਿਕਰ ਨਹੀਂ ਹੈ। ਹਾਂ, ਜਿਹੜੇ ਚੋਰ ਬਜ਼ਾਰੀ ਕਰਨਗੇ ਜਾਂ ਕੋਈ ਹੋਰ ਲੁੱਟਖੋਰ ਕਰਨਗੇ ਜਾਂ ਕੋਈ ਹੋਰ ਬਦਫੈਲੀਆਂ ਕਰਨਗੇ, ਉਹਨਾਂ ਨੂੰ ਤੇ ਡਰ ਹੋ ਸਕਦਾ ਕਿਸੇ ਪੁਲਿਸ ਦਾ ਜਾਂ ਕਿਸੇ ਹੋਰ ਦਾ। ਪਰੰਤੂ ਜਿਹੜਾ ਨੇਕ ਇਨਸਾਨ ਹੈ ਉਹ ਆਰਾਮ ਨਾਲ ਜੀਵਨ ਬਤੀਤ ਕਰਦਾ ਹੈ। ਆਓ ਸਤਿਗੁਰੂ ਕਿਰਪਾ ਕਰਨ ਸਾਡਾ ਜੀਵਨ ਜਿਹੜਾ ਇਹ ਨੇਕ ਇਨਸਾਨ ਦੀ ਤਰ੍ਹਾਂ ਅਸੀਂ ਬਤੀਤ ਕਰੀਏ। ਤੋ ਵੀਰ ਜੀ ਦਾ ਇੱਕ ਵਾਰੀ ਫੇਰ ਧੰਨਵਾਦ। ਤੋ ਸੰਗਤ ਜੀ, ਸਾਡੇ ਕੋਲ 5 ਮਿੰਟ ਦਾ ਸਮਾਂ ਹੋਰ ਹੈ। ਤੋ ਇੱਕ ਸਵਾਲ ਹੋਰ ਜਿਹੜਾ ਹੈ ਉਹ ਲੈ ਸਕਦੇ ਹਾਂ ਜੀ। ਉਹ ਸਵਾਲ ਹੈ ਕਿ ਇੱਕ ਤੁਕਾ ਤੋਂ ਕੀ ਭਾਵ। ਜਿਸ ਵੇਲੇ ਆਪਾਂ ਸਹਿਜ ਪਾਠ ਕਰਦੇ ਹਾਂ ਨਾ ਜੀ, ਤੇ ਸ਼ਲੋਕ ਦੇ ਹਰੇਕ ਸ਼ਬਦ ਦੇ ਉੱਪਰ ਉਹਦਾ ਟਾਈਟਲ ਸਿਰਲੇਖ ਲਿਖਿਆ ਹੁੰਦਾ ਹੈ। ਜਿਵੇਂ ਅਸ਼ਟਪਦੀਆਂ ਨੇ, ਸ਼ਲੋਕ ਹੈ, ਫਲਾਣਾ। ਇਸੇ ਤਰ੍ਹਾਂ ਇੱਕ ਤੁਕਾ ਜਿਹੜਾ ਨਾਂ ਲਿਖਿਆ ਉਹਦਾ ਕੀ ਭਾਵ ਹੈ। ਮੈਂ ਵੀਰ ਪ੍ਰਭ ਕੀਰਤਨ ਸਿੰਘ ਨੂੰ ਬੇਨਤੀ ਕਰਾਂਗਾ ਵੀ ਉਹ ਕਿਰਪਾ ਕਰਕੇ ਇਹ ਸਾਨੂੰ ਦੱਸਣਗੇ ਕਿ ਜਿਹੜਾ ਇੱਕ ਤੁਕਾ ਲਿਖਿਆ ਹੁੰਦਾ ਹੈ ਇਹਦਾ ਕੀ ਅਰਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜੋ ਸਵਾਲ ਹੈ, ਪਿੱਛੇ ਜੇ ਅਸੀਂ ਇੱਕ ਸ਼ਬਦ ਦੀ ਵਿਆਖਿਆ ਕੀਤੀ ਸੀ, ਜੋ ਸ਼ਬਦ ਆਪ ਜੀ ਦੇ ਸਾਹਮਣੇ ਮੈਂ ਡਿਸਪਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ। ਇਹ ਸ਼ਬਦ ਹੈ ਜਿਸ ਦੀ ਆਪਾਂ ਵਿਆਖਿਆ ਕੀਤੀ ਸੀ ਕਿ ਉਹ ਸ਼ਿੰਗਾਰ ਮਿਲਣ ਕੇ ਤਾਈਂ। ਤੋ ਇਹ ਸ਼ਬਦ ਦੀ ਜਦੋਂ ਵਿਆਖਿਆ ਕੀਤੀ ਗਈ ਤਾਂ ਸਵਾਲ ਪੈਦਾ ਹੋਇਆ ਕਿ ਇਹ ਜੋ ਸ਼ਬਦ ਹੈ ਇਹਦਾ ਸਿਰਲੇਖ ਹੈ ਆਸਾ ਤਿਪਦਾ ਇੱਕ ਤੁਕਾ। ਕਬੀਰ ਜੀ ਦਾ ਇਹ ਸ਼ਬਦ ਹੈ, ਪਰੰਤੂ ਇੱਥੇ ਹਰ ਪਦੇ ਦੇ ਵਿੱਚ ਇੱਕ ਦੀ ਥਾਂ ਤੇ 2-2 ਪੰਕਤੀਆਂ ਹਨ। ਔਰ ਅਸੀਂ ਆਮ ਭਾਸ਼ਾ ਵਿੱਚ ਇਹੀ ਕਹਿ ਦਿੰਦੇ ਹਾਂ ਜੀ ਕਿ 2 ਤੁਕਾਂ ਹਨ ਇਹ, ਕਿਉਂਕਿ ਜਿੱਥੇ ਵੀ 2 ਡੰਡੀਆਂ ਵਾਲਾ ਵਿਸਰਾਮ ਚਿੰਨ੍ਹ ਆ ਜਾਂਦਾ ਅਸੀਂ ਉਹਨੂੰ ਤੁਕ ਕਹਿ ਦਿੰਦੇ ਹਾਂ। ਆਮ ਭਾਸ਼ਾ ਸਾਡੀ ਜਿਹੜੀ ਹੈ ਉਹਦੀ ਵਰਤੋਂ ਇਹੀ ਹੈ। ਤੋ ਇਸ ਚੀਜ਼ ਨੂੰ ਜਦੋਂ ਥੋੜਾ ਜਿਹਾ ਅੱਗੇ ਦੇਖਣ ਦੀ, ਸਮਝਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਕਰੀਬਨ 30-35 ਸ਼ਬਦ ਐਸੇ ਹਨ ਜਿਨ੍ਹਾਂ ਦੇ ਉੱਤੇ ਇੱਕ ਤੁਕਾ, ਇੱਕ ਤੁਕੇ, ਇੱਕ ਤੁਕੀਆ, ਇਸ ਕਿਸਮ ਦੇ ਜੋ ਸਿਰਲੇਖ ਜਿਹੜੇ ਹਨ ਉਹਨਾਂ ਦੇ ਹੇਠੋਂ ਦਰਜ ਹਨ। ਤਾਂ ਫਿਰ ਮਨ ਦੇ ਵਿੱਚ ਇਹ ਖਿਆਲ ਪੈਦਾ ਹੋਇਆ ਕਿ ਆਓ ਦੇਖੀਏ ਇਹਨਾਂ ਵਿੱਚੋਂ ਬਾਕੀਆਂ ਦੀ ਬਣਤਰ ਕਿਸ ਤਰ੍ਹਾਂ ਹੈ। ਤਾਂ ਇਹ ਜੋ ਦੂਸਰਾ ਹੈ ਆਪਣਾ ਆਸਾ ਮਹਿਲਾ ਚੌਥਾ, ਇੱਕ ਤੁਕੇ 2, ਇੱਥੇ 2 ਇੱਕ ਤੁਕੇ ਇਸ ਸਿਰਲੇਖ ਹੇਠ ਦਰਜ ਹਨ। ਇਹ ਪੰਨਾ ਨੰਬਰ 374 ਤੇ ਹਨ ਜੀ। ਜੀਵਤ ਦੀਸੈ ਤੇ ਸਰ ਪਰ ਮਰਨਾ, ਮੂਆ ਹੋਵੇ ਤੇ ਸਨੇਚਰ ਰਹਿਣ। ਤੋ ਇੱਥੇ ਵੀ ਅਸੀਂ ਦੇਖਿਆ ਕਿ ਇਸੇ ਤਰ੍ਹਾਂ ਹੀ ਜਿਹੜਾ ਇੱਕ ਪਦਾ ਹੈ ਉਹਦੇ ਵਿੱਚ ਵਿਸਰਾਮਾਂ ਦੇ ਹਿਸਾਬ ਨਾਲ ਦੇਖੀਏ ਤੇ 2 ਪੰਕਤੀਆਂ ਹਨ ਜਿਹਨੂੰ ਅਸੀਂ ਆਮ ਤੌਰ ਤੇ 2 ਤੁਕਾਂ ਹੀ ਕਹਿ ਛੱਡਦੇ ਹਾਂ। ਇਸ ਤੋਂ ਅੱਗੇ ਚੱਲੇ ਤਾਂ ਜਿਹੜੀ ਅੱਗੇ ਆਏ ਇਹ 2 ਸ਼ਬਦ ਇਹ ਸਿਰਲੇਖ ਹੇਠ ਹਨ। ਉਸ ਤੋਂ ਅੱਗੇ ਚੌਪਦੇ ਹਨ ਇਸ ਦੇ ਨਾਲ ਹੀ, ਇਹ ਵੀ ਪੰਨਾ 374 ਤੇ ਹੀ ਹਨ। ਤੋ ਇਹਨਾਂ ਦੇ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਹੀ ਬਣਤਰ ਹੈ। ਇੱਕ ਘੜੀ ਦਿਨਸ ਮੋਕੋ ਬਹੁਤ ਦਿਹਾਰੇ, ਮਨ ਨਾ ਰਹਿ ਕੈਸੇ ਮਿਲੋਂ ਪਿਆਰੇ। ਤੇ ਉਸ ਤੋਂ ਅੱਗੇ ਰਹਾਉ ਦਾ ਬੰਦ ਹੈ ਜੀ। ਇੱਥੇ 12 ਸ਼ਬਦ ਦਰਜ ਹਨ, 15ਵੇਂ ਸ਼ਬਦ ਤੋਂ ਲੈ ਕੇ 26ਵੇਂ ਸ਼ਬਦ ਤੱਕ ਜੀ। ਇਸੇ ਤਰ੍ਹਾਂ ਹੀ ਮੈਂ ਸੰਖੇਪ ਵਿੱਚ ਗੱਲ ਕਰਾਂ ਕਿ ਅੱਗੇ ਚੱਲੀਏ ਤਾਂ ਫਿਰ ਇਹ ਸ਼ਬਦ ਜੋ ਹੈ ਗੁਰ ਸੇਵੇ ਜੋ ਠਾਕੁਰ ਜਾਣੇ, ਇਹਦੇ ਵਿੱਚ ਵੀ ਬਣਤਰ ਇਸੇ ਤਰ੍ਹਾਂ ਹੀ ਹੈ। ਇਹਨੂੰ ਇੱਕ ਤੁਕੀ ਲਿਖਿਆ ਹੈ, ਪਰ ਨਾਲ ਦੇ ਨਾਲ ਹੈ ਇਹਦੇ ਵਿੱਚ 2-2 ਪੰਕਤੀਆਂ ਹਨ ਹਰ ਪਦੇ ਦੇ ਵਿੱਚ।
ਇਸ ਤੋਂ ਅੱਗੇ ਵੀ ਫਿਰ ਇੱਕ ਤੁਕੇ ਦਾ ਹੀ ਸਿਰਲੇਖ ਹੈ ਤੇ ਸ਼ਬਦ ਹੈ। ਆਮ ਅਸੀਂ ਸੁਣਦੇ ਹਾਂ, ਸਨਕ ਸਨੰਦ ਅੰਤ ਨਹੀਂ ਪਾਇਆ, ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ। ਇਹਦੇ ਵਿੱਚ ਵੀ ਇਸੇ ਤਰ੍ਹਾਂ ਦੀ ਹੀ ਬਣਤਰ ਹੈ। ਹਰ ਪਦੇ ਦੇ ਵਿੱਚ 2-2 ਪੰਕਤੀਆਂ ਹਨ। ਇਸ ਤੋਂ ਅੱਗੇ ਜੋ ਇਹ 4 ਸ਼ਬਦ ਹਨ, ਪੰਨਾ 480 481 ਉੱਤੇ, ਇਹਨਾਂ ਦੇ ਵਿੱਚ ਵੀ ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਇਹਦੇ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਦੀ ਬਣਤਰ ਹੈ, ਲੇਕਿਨ ਸਿਰਲੇਖ ਇੱਥੇ ਵੀ ਇੱਕ ਤੁਕੇ ਹੀ ਹੈ। ਇਸ ਤੋਂ ਅੱਗੇ ਇੱਕ ਸ਼ਬਦ ਜਿਹੜਾ ਸਾਡੇ ਸਾਹਮਣੇ ਆਉਂਦਾ ਹੈ, ਆਸਾਵਰੀ ਮਹਿਲਾ ਪੰਜਵਾਂ ਇੱਕ ਤੁਕਾ, ਓਏ ਪਰਦੇਸੀਆ ਹਾਂ ਸੁਨਤ ਸੰਦੇਸਿਆ ਹਾਂ। ਤੋਂ ਪਹਿਲਾ ਪਦਾ ਜਿਹੜਾ ਹੈ ਰਹਾਉ ਦਾ ਹੈ ਤੇ 2 ਪਦੇ ਇਹਦੇ ਵਿੱਚ ਹਨ। ਤੇ ਪਹਿਲੇ ਪਦੇ ਦੇ ਵਿੱਚ 4 ਪੰਕਤੀਆਂ ਬਣਦੀਆਂ ਹਨ ਤੇ ਦੂਜੇ ਪਦੇ ਦੇ ਵਿੱਚ ਆਪ ਪੜੋਗੇ ਕਿ 6 ਪੰਕਤੀਆਂ ਹਨ, ਲੇਕਿਨ ਸਿਰਲੇਖ ਇੱਥੇ ਵੀ ਇੱਕ ਤੁਕਾ ਹੈ। ਤੋ ਇਹ ਸਾਰੇ ਸ਼ਬਦਾਂ ਨੂੰ ਦੇਖ ਕੇ ਮਨ ਦੇ ਵਿੱਚ ਵਿਚਾਰ ਪੈਦਾ ਹੋਇਆ ਵੀ ਇਹ ਇੱਕ ਤੁਕਾ, ਅਸੀਂ ਤਾਂ ਤੁਕ ਦਾ ਅਰਥ ਇਹ ਲੈਂਦੇ ਹਾਂ ਕਿ ਜਿਹਨੂੰ ਅਸੀਂ ਹੁਣ ਅੱਜ ਪੰਕਤੀ ਕਹਿ ਰਹੇ ਹਾਂ, ਜਿੱਥੇ 2 ਡੰਡੀਆਂ ਦਾ ਵਿਸਰਾਮ ਚਿੰਨ੍ਹ ਆ ਜਾਂਦਾ, ਉਹਨੂੰ ਅਸੀਂ ਆਮ ਤੌਰ ਤੇ ਤੁਕ ਕਹਿ ਦਿੰਦੇ ਹਾਂ। ਤੇ ਇੱਕ ਤੁਕਾ ਦਾ ਫਿਰ ਕੀ ਅਰਥ ਹੋਇਆ? ਤੋ ਅੱਗੇ ਚੱਲੇ ਤਾਂ ਫਿਰ ਇੱਕ ਤਾਂ ਹੁਣ ਤੱਕ ਜਿੰਨੇ ਸ਼ਬਦ ਆਪਾਂ ਦੇਖੇ ਹਨ ਸਾਰੇ ਆਸਾ ਰਾਗ ਦੇ ਵਿੱਚ ਹਨ। ਉਸ ਤੋਂ ਅੱਗੇ ਬਸੰਤ ਰਾਗ ਦੇ ਵਿੱਚ ਵੀ ਕੋਈ ਤਕਰੀਬਨ 7-8 ਸ਼ਬਦ ਹਨ, ਜਿਨ੍ਹਾਂ ਦੇ ਉੱਤੇ ਇੱਕ ਤੁਕੇ, ਇੱਕ ਤੁਕੀਆ ਆਦਿਕ ਜਿਹੜੇ ਹਨ ਉਹ ਸਿਰਲੇਖ ਹਨ। ਤੋ ਮੈਂ ਹੋਰ ਸ਼ਬਦ ਨਹੀਂ ਡਿਸਪਲੇ ਕਰਾਂਗਾ, ਇੱਕ ਜਸਟ ਆਪਾਂ ਕਹੀਏ ਕਿ ਸੈਂਪਲ ਦੇ ਤੌਰ ਦੇ ਉੱਤੇ ਇਹ ਸ਼ਬਦ ਆਪਦੇ ਸਾਹਮਣੇ ਰੱਖਿਆ ਕਿ ਬਸੰਤ ਰਾਗ ਦੇ ਵਿੱਚ ਵੀ ਕੁਝ ਸ਼ਬਦ ਇਹੋ ਜਿਹੇ ਹਨ। ਇਹ ਵੀ ਅਸੀਂ ਅਕਸਰ ਸੁਣਦੇ ਰਹਿੰਦੇ ਹਾਂ, ਇੱਛਾ ਸਗਲ ਇੱਛਾ ਜਪ ਪੁੰਨੀਆ, ਪ੍ਰਭ ਮੇਲੇ ਚਿਰੀ ਵਿਛੁੰਨੀਆਂ, ਤੁਮ ਰਵੋ ਗੋਬਿੰਦਾ ਰਵਣ ਜੋਗ। ਤੋ ਇਹ ਸ਼ਬਦ ਵੀ ਆਮ ਅਸੀਂ ਗਾਇਨ ਸੁਣਦੇ ਹਾਂ, ਪਰ ਇਹਦੇ ਵਿੱਚ ਵੀ ਬਣਤਰ ਬਿਲਕੁਲ ਉਹੀ ਹੈ ਜੋ ਅਸੀਂ ਪਹਿਲਾਂ ਆਸਾ ਰਾਗ ਦੇ ਵਿੱਚ ਦੇਖ ਪਾਏ। ਤਾਂ ਫਿਰ ਇਹਦੀ ਗੁੰਝਲ ਜਿਹੜੀ ਹੈ ਉਹ ਸਾਨੂੰ ਖੁੱਲੀ ਭਾਈ ਕਾਹਨ ਸਿੰਘ ਨਾਭਾ ਜੀ ਦੇ ਕੋਲੋਂ ਕਿ ਭਈ 2 ਪੰਕਤੀਆਂ ਹਨ, ਕਿਤੇ 4 ਹਨ, ਕਿਤੇ 6 ਵੀ ਹਨ, ਲੇਕਿਨ ਸਿਰਲੇਖ ਜਿਹੜਾ ਹੈ ਉਹ ਇੱਕ ਤੁਕਾ ਹੀ ਹੈ। ਤਾਂ ਉਹਨਾਂ ਨੇ ਤੁਕ ਦੇ ਜੋ ਅਰਥ ਕੀਤੇ ਹਨ ਉਹ ਨਹੀਂ ਕੀਤੇ ਜੋ ਜਿਸ ਨਾਲ ਅਰਥਾਂ ਵਿੱਚ ਅਸੀਂ ਆਮ ਤੌਰ ਤੇ ਵਰਤ ਲੈਂਦੇ ਹਾਂ। ਉਹ ਕਹਿੰਦੇ ਹਨ ਕਿ ਜਿਹੜਾ ਤੁਕ ਹੈ ਇਹ ਛੰਦਾਬੰਦੀ ਦਾ ਸ਼ਬਦ ਹੈ ਤੇ ਇਹਦੇ ਅਰਥ ਹਨ ਕਿ ਇੱਕ ਛੰਦ ਦਾ ਇੱਕ ਚਰਨ, ਯਾਨੀ ਕਿ ਜਿਹੜਾ ਇੱਕ ਕਦਮ ਉਹਦਾ ਪੂਰਾ ਹੋ ਗਿਆ ਜਿੱਥੇ, ਉਹਨੂੰ ਤੁਕ ਕਿਹਾ ਜਾਂਦਾ ਹੈ। ਹੁਣ ਆਮ ਤੌਰ ਤੇ ਇੱਕ ਪੰਕਤੀ ਦੇ ਵਿੱਚ ਹੀ ਇੱਕ ਛੰਦ ਦਾ ਇੱਕ ਜਿਹੜਾ ਚਰਨ ਹੈ ਉਹ ਪੂਰਾ ਹੋ ਜਾਂਦਾ ਹੈ, ਜਿੱਥੇ ਪੰਕਤੀਆਂ ਅਸੀਂ ਸਮਝੀਏ ਕਿ ਵੱਡੀਆਂ ਹੁੰਦੀਆਂ ਹਨ ਜਾਂ ਉਹਨਾਂ ਛੰਦਾਂ ਦੀ ਬਣਤਰ ਇਹੋ ਜਿਹੀ ਹੁੰਦੀ ਹੈ। ਪਰ ਜਦੋਂ ਇਹ ਜਿਹੜਾ ਇੱਕ ਤੁਕੇ ਉਹਨਾਂ ਨੂੰ ਸਪੈਸ਼ਲ ਇਹਦੇ ਉੱਤੇ ਦੇਣ ਦੀ ਲੋੜ ਹੀ ਇਸੇ ਕਰਕੇ ਪਈ ਕਿ ਛੰਦ ਦਾ ਚਰਨ ਭਾਵੇਂ ਇੱਥੇ ਪੰਕਤੀਆਂ 2 ਹਨ, ਪਰ ਛੰਦ ਦਾ ਚਰਨ 2 ਪੰਕਤੀਆਂ ਦੇ ਬਾਅਦ ਜਿੱਥੇ ਗਿਣਤੀ ਆ ਰਹੀ ਹੈ ਉੱਥੇ ਹੀ ਪੂਰਾ ਹੋ ਰਿਹਾ ਹੈ। ਤੇ ਇੱਕ ਤੁਕੇ ਭਾਵ ਇੱਕ ਪਦੇ ਦੇ ਵਿੱਚ ਜਿੰਨਾ ਵੀ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਉਹ ਕੰਟੀਨਿਊਟੀ ਦੇ ਵਿੱਚ ਹੀ ਪੜ੍ਹਨਾ ਹੈ ਤੇ ਕੰਟੀਨਿਊਟੀ ਦੇ ਵਿੱਚ ਹੀ ਗਾਉਣਾ ਹੈ। ਤੋ ਆਮ ਤੌਰ ਦੇ ਉੱਤੇ ਜਿਵੇਂ ਅਸੀਂ ਦੇਖਦੇ ਹਾਂ ਬਾਣੀ ਦਾ ਪਾਠ ਕਰਦਿਆਂ ਹੋਇਆਂ ਵੀ ਕਿ ਪੰਕਤੀਆਂ ਜਿਹੜੀਆਂ ਖਤਮ ਕੀਤੀਆਂ ਜਾਂਦੀਆਂ ਹਨ 2 ਡੰਡੀਆਂ ਦੇ ਨਿਸ਼ਾਨ ਦੇ ਨਾਲ, ਜਿੱਥੇ ਪੰਕਤੀਆਂ ਦਾ ਤੁਕਾਂਤ ਖਤਮ ਹੁੰਦਾ ਹੈ ਉਹ ਇੱਕ ਉਹਦਾ ਜ਼ਰੂਰੀ ਚਿੰਨ੍ਹ ਗਿਣਿਆ ਜਾਂਦਾ ਹੈ ਕਿ ਆਮ ਤੌਰ ਦੇ ਉੱਤੇ ਉੱਥੇ ਹੀ ਡੰਡੀਆਂ ਲੱਗਦੀਆਂ ਹਨ ਜਿੱਥੇ ਤੁਕਾਂਤ ਮਿਲਦਾ ਹੈ। ਜਿਵੇਂ ਇੱਥੇ ਪੁੰਨੀਆ ਤੇ ਵਿਛੁੰਨਿਆ ਹੈ ਜਾਂ ਅੱਗੇ ਜਾ ਕੇ ਨਿਹਾਲਿਆ ਸੰਭਾਲਿਆ ਹੈ ਇਸ ਸ਼ਬਦ ਦੇ ਵਿੱਚ ਜਿਹੜਾ ਆਪ ਜੀ ਦੇ ਸਾਹਮਣੇ ਹੈ। ਪਰ ਇਹਨਾਂ ਦੋਹਾਂ ਨੂੰ ਇਕੱਠੇ ਸਮਝਣਾ ਹੈ, ਇਕੱਠੇ ਪੜ੍ਹਨਾ ਹੈ ਤੇ ਇਕੱਠੇ ਗਾਇਨ ਕਰਨਾ ਹੈ। ਤੋ ਇਹ ਸਾਡੇ ਲਈ ਸੇਧ ਹੈ ਕਿ ਭਾਵੇਂ ਇੱਥੇ ਦੇਖਣ ਨੂੰ 2 ਪੰਕਤੀਆਂ ਦਿਸਦੀਆਂ ਹਨ ਤੇ ਇਹਨਾਂ ਨੂੰ ਵੱਖਰੇ ਵੱਖਰੇ ਪੜ੍ਹ ਕੇ ਭਾਵ ਸਪਸ਼ਟ ਨਹੀਂ ਹੋਏਗਾ, ਇਹਨਾਂ ਨੂੰ ਜਿਹੜਾ ਹੈ ਉਹ ਇਕੱਠੇ ਪੜ੍ਹਨਾ ਹੈ ਤੇ ਇਕੱਠੇ ਹੀ ਗਾਉਣਾ ਹੈ। ਤੋ ਇਹ ਜਿਹੜਾ ਭਾਵ ਜਿਹੜਾ ਇਹਦਾ ਇਕੱਠਾ ਗਾਇਨ ਕਰਨਾ ਹੈ, ਇਕੱਠੇ ਤਰੀਕੇ ਨਾਲ ਪੜ੍ਹਨਾ ਹੈ। ਤੋ ਛੰਦ ਦਾ ਚਰਨ ਵੀ ਜਿਹੜਾ ਹੈ ਉਹ ਗਿਣਿਆ ਜਾਂਦਾ ਹੈ, ਉਹ ਸਿਰਫ ਇਹ ਤੁਕਾਂਤ ਦੇ ਹਿੱਸੇ ਨਾਲ ਨਹੀਂ ਗਿਣਿਆ ਜਾਂਦਾ, ਉਹਦੇ ਵਿੱਚ ਮਾਤਰਾਵਾਂ ਦਾ ਬੜਾ ਵੱਡਾ ਰੋਲ ਹੁੰਦਾ ਹੈ। ਤੋ ਜਦੋਂ ਛੰਦ ਗਿਣੇ ਜਾਂਦੇ ਹਨ ਤਾਂ ਉਹਨਾਂ ਦੇ ਵਿੱਚ ਇਹ ਜਿਹੜੀ ਛੰਦਾਬੰਦੀ ਦੇ ਮੁਤਾਬਕ ਇਹ ਜਿਹੜੇ ਪਦੇ ਬਣ ਰਹੇ ਹਨ, ਤੁਕ ਬਣ ਰਹੀ ਹੈ, ਉਹਦੇ ਵਿੱਚ 2 ਪੰਕਤੀਆਂ ਸ਼ਾਮਲ ਕਰਕੇ ਇੱਕ ਤੁਕ ਬਣ ਰਹੀ ਹੈ। ਇਹ ਸਪੈਸ਼ਲ ਦੇਣ ਦੀ ਲੋੜ ਹੀ ਸ਼ਾਇਦ ਸਤਿਗੁਰੂ ਜੀ ਨੇ ਇਸੇ ਕਰਕੇ ਸਮਝੀ ਵੀ ਅਸੀਂ ਕਿਤੇ ਗਲਤੀ ਕਰਕੇ ਇਹਨਾਂ ਨੂੰ ਵੱਖਰੇ ਵੱਖਰੇ ਪੜ੍ਹ ਕੇ ਇਹਨਾਂ ਦੇ ਵੱਖਰੇ ਵੱਖਰੇ ਅਰਥ ਕਰਕੇ ਜਾਂ ਇਹਨਾਂ ਦੇ ਵੱਖਰੇ ਵੱਖਰੇ ਗਾਇਨ ਕਰਕੇ ਅਸੀਂ ਕਿਤੇ ਅਰਥਾਂ ਦੇ ਅਨਰਥ ਨਾ ਕਰ ਬਈਏ। ਤੋ ਇਹ ਗਾਈਡੈਂਸ ਸਤਿਗੁਰੂ ਜੀ ਦੀ ਸਾਨੂੰ ਇੱਕ ਤੁਕੇ ਕਹਿ ਕੇ ਉਹਨਾਂ ਨੇ ਦਿੱਤੀ ਕਿ ਭਾਈ ਇਹਨਾਂ ਨੂੰ ਇਕੱਠੇ ਪੜ੍ਹਨਾ ਹੈ, ਇਕੱਠੇ ਸਮਝਣਾ ਹੈ ਤੇ ਇਕੱਠੇ ਗਾਇਨ ਕਰਨਾ। ਆਸ ਹੈ ਕਿ ਸਵਾਲ ਕਰਤਾ ਦੀ
ਇਹਦੇ ਨਾਲ ਤਸੱਲੀ ਹੋਏਗੀ। ਜੇ ਹੋਰ ਕੋਈ ਸੱਜਣ ਇਹਦੇ ਵਿੱਚ ਕੁਝ ਕੰਟਰੀਬਿਊਟ ਕਰ ਸਕਦਾ ਹੋਵੇ ਤੇ ਕਿਰਪਾ ਕਰਕੇ ਜ਼ਰੂਰ ਕਰੋ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਕ ਤੇ ਪੰਕਤੀ ਦਾ ਜੋ ਭੇਦ ਹੈ ਉਹ ਵੀਰ ਜੀ ਨੇ ਸਾਨੂੰ ਦੱਸਿਆ ਹੈ, ਔਰ ਨਾਲ ਬਹੁਤ ਸਾਰੇ ਸ਼ਬਦ ਜਿਹੜੇ ਨੇ ਡਿਸਪਲੇ ਕਰਕੇ ਸਾਨੂੰ ਉਹਨਾਂ ਨੇ ਇਸ ਗੱਲ ਨੂੰ ਸਮਝਾਇਆ ਹੈ। ਔਰ ਜਿਹੜੀ ਪੱਤੇ ਦੀ ਗੱਲ ਨਾਲ ਦੱਸੀ ਉਹਨਾਂ ਨੇ ਕਿ ਇੱਕ ਛੰਦ ਇੱਕ ਚਰਨ, ਤੋਂ ਉੱਥੇ ਜਾ ਕੇ ਉਹਨੂੰ ਇਹਨੂੰ ਪੰਕਤੀ ਕਿਹਾ, ਤੋਂ ਉਹਨੂੰ ਤੁਕ ਕਿਹਾ। ਤੋਂ ਬਿਲਕੁਲ ਠੀਕ ਹੈ ਕਿ ਸਾਨੂੰ ਪੰਕਤੀ ਤੇ ਤੁਕ ਜਿਹੜਾ ਇਹਨਾਂ ਨੂੰ ਰਲਗੜ ਨਹੀਂ ਕਰਨਾ ਚਾਹੀਦਾ। ਤੋਂ ਖੈਰ ਬੜੀ ਵਧੀਆ ਗੱਲ ਹੈ। ਤਸੱਲੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਇਹ ਸਵਾਲ ਕੀਤਾ, ਤੇ ਇਸ ਤੋਂ ਤਸੱਲੀ ਇਸ ਗੱਲ ਦੀ ਹੈ ਕਿ ਗੁਰਬਾਣੀ ਨੂੰ ਪੜ੍ਹਨ ਵਾਲੇ ਕਿਤਨੇ ਧਿਆਨ ਨਾਲ ਪੜ੍ਹਦੇ ਨੇ ਔਰ ਚਾਹੁੰਦੇ ਨੇ ਕਿ ਹਰ ਚੀਜ਼ ਦੀ ਸਾਨੂੰ ਕਲੈਰਿਟੀ ਹੋਵੇ। ਇਹੀ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਜਿਸ ਵੇਲੇ ਸਹਿਜ ਪਾਠ ਕਰੀਏ, ਕੇਵਲ ਉਹਨੂੰ ਰਸਮੀ ਤੌਰ ਤੇ ਪਾਠ ਨਾ ਕਰੀਏ, ਬਲਕਿ ਉਹਨਾਂ ਨੂੰ ਸਮਝਣ ਦਾ ਯਤਨ ਕਰੀਏ। ਤੋਂ ਜਿੱਥੇ ਵੀ ਇਹੋ ਜਿਹੀਆਂ ਗੱਲਾਂ ਉਹ ਦੂਸਰੇ ਕੋਲੋਂ ਪੁੱਛ ਲੈਣੀਆਂ ਚਾਹੀਦੀਆਂ ਨੇ। ਤੋਂ ਅਸੀਂ ਵੀ ਆਪ ਨੂੰ ਬੇਨਤੀ ਕਰਾਂਗੇ ਕਿ ਜਦ ਵੀ ਆਪ ਦੇ ਮਨ ਵਿੱਚ ਕੋਈ ਐਸਾ ਸਵਾਲ ਆਉਂਦਾ ਹੈ ਗੁਰਬਾਣੀ ਬਾਰੇ, ਸਿੱਖ ਇਤਿਹਾਸ ਬਾਰੇ, ਰਹਿਤ ਮਰਿਆਦਾ ਬਾਰੇ, ਸਾਡੀਆਂ ਪ੍ਰਚਲਿਤ ਜਿਹੜੀਆਂ ਹੋਰ ਟ੍ਰੈਡੀਸ਼ਨਸ ਨੇ ਉਹਨਾਂ ਬਾਰੇ ਆਵੇ, ਤਾਂ ਕਿਰਪਾ ਕਰਕੇ ਜ਼ਰੂਰ ਸਾਨੂੰ ਆਪਣਾ ਸਵਾਲ ਭੇਜੋ। ਅਸੀਂ ਉਸ ਸਵਾਲ ਨੂੰ, ਜਿਵੇਂ ਆਪ ਜੀ ਨੂੰ ਪਤਾ ਹੈ, ਸਾਰਾ ਪੈਨਲ ਜਿਹੜਾ ਉਹਨੂੰ ਆਪਸ ਵਿੱਚ ਵਿਚਾਰ ਕੇ ਤੋਂ ਫਿਰ ਜਿਹੜਾ ਵੀ ਬੈਸਟ ਲੱਗਦਾ ਕਿ ਇਹਦਾ ਉੱਤਰ ਹੋ ਸਕਦਾ ਉਹ ਅਸੀਂ ਲਿਆਉਂਦੇ ਹਾਂ। ਪਰ ਜ਼ਰੂਰੀ ਨਹੀਂ ਵੀ ਜਿਹੜਾ ਉੱਤਰ ਅਸੀਂ ਦੇ ਦਿੱਤਾ ਉਹ ਫਾਈਨਲ ਹੈ ਜਾਂ ਠੀਕ ਹੈ, ਨਹੀਂ। ਇਹ ਤਾਂ ਸੰਗਤ ਜਾਣਦੀ ਹੈ, ਵਾਹਿਗੁਰੂ ਜਾਣਦਾ ਹੈ। ਹਾਂ, ਇੰਨੀ ਗੱਲ ਜ਼ਰੂਰ ਹੈ ਵੀ ਜਿੱਥੇ ਕਮੀ ਦਿਸੇ ਕਿਰਪਾ ਕਰਕੇ ਉਹ ਸਾਨੂੰ ਫੀਡਬੈਕ ਜ਼ਰੂਰ ਦੇਣਾ, ਤਾਂ ਜੇ ਅਸੀਂ ਅੱਗੋਂ ਇੰਪਰੂਵ ਕਰ ਸਕੀਏ ਜਾਂ ਕਿਸੇ ਹੋਰ ਸਟੇਜ ਤੇ ਬੋਲਦੇ ਹਾਂ ਤੇ ਉੱਥੇ ਅਸੀਂ ਆਪਣੀ ਸੁਧਾਈ ਕਰ ਸਕੀਏ। ਇਹਨਾਂ ਸਾਰੀਆਂ ਚੀਜ਼ਾਂ ਲਈ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ, ਤੁਹਾਡਾ ਯੋਗਦਾਨ ਵੀ ਮੰਗਦਾ। ਇੱਕ ਬੇਨਤੀ ਜਿਹੜੀ ਅਕਸਰ ਕਰੀਦੀ ਹੈ ਕਿ ਸੰਗਤ ਵਿੱਚੋਂ ਬਹੁਤ ਸਾਰੇ ਐਸੇ ਵੀਰ ਭੈਣਾਂ ਨੇ ਜਿਹੜੇ ਵਿਸ਼ੇ ਨਿਭਾ ਸਕਦੇ ਨੇ। ਅਸੀਂ ਚਾਹੁੰਦੇ ਹਾਂ ਕਿ ਨਵੇਂ ਚਿਹਰੇ ਸਾਹਮਣੇ ਆਉਣ ਤਾਂ ਜੇ ਨਵੇਂ ਖਿਆਲ ਸਾਨੂੰ ਮਿਲਣ। ਤੋਂ ਬੜੀ ਖੁਸ਼ੀ ਦੀ ਗੱਲ ਹੈ ਕਿ ਡਾਕਟਰ ਕਿਰਪਾਲ ਸਿੰਘ ਜੀ ਔਰ ਹਰਮਿੰਦਰ ਸਿੰਘ ਜੀ ਉਹਨਾਂ ਦਿਨਾਂ ਵਿੱਚ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕਰਨੇ ਨੇ। ਤੋਂ ਇਸੇ ਤਰ੍ਹਾਂ ਮੈਂ ਬੇਨਤੀ ਕਰਾਂਗਾ ਬਾਕੀ ਸੰਗਤਾਂ ਨੂੰ ਵੀ ਕਿ ਉਹ ਕਿਰਪਾ ਕਰਕੇ ਕੋਈ ਵੀ ਵਿਸ਼ਾ ਜਿਹੜਾ ਉਹ ਚੂਜ਼ ਕਰਨ, ਉਹਦੀ ਤਿਆਰੀ ਕਰਨ, ਔਰ ਉਹਦੇ ਬਾਰੇ ਜੇ ਲੋੜ ਪਵੇ ਤਾਂ ਕਿਸੇ ਵੀ ਪੈਨਲ ਮੈਂਬਰ ਨਾਲ ਉਹ ਸੰਪਰਕ ਕਰ ਸਕਦੇ ਨੇ। ਪਰ ਅਸੀਂ ਚਾਹੁੰਦੇ ਹਾਂ ਕਿ ਨਵੇਂ ਤੋਂ ਨਵੇਂ ਜਿਹੜੇ ਚਿਹਰੇ ਨੇ ਉਹ ਆਉਣ, ਔਰ ਸੰਗਤ ਵਿੱਚ ਬੜਾ ਇੰਟੈਲੀਜੈਂਸ਼ੀਆ ਬੈਠਾ। ਤਾਂ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਆਓ ਕਿਰਪਾ ਕਰੋ। ਪਿਛਲੇ ਦਿਨਾਂ 'ਚ ਭੈਣ ਸੁਖਦੇਵ ਕੌਰ ਜੀ ਨੇ ਮੈਨੂੰ ਕਿਹਾ ਸੀ ਵੀ ਮੈਂ ਤਿਆਰ ਕਰ ਰਹੀ ਹਾਂ, ਤਾਂ ਉਮੀਦ ਹੈ ਵੀ ਉਹਨਾਂ ਦਾ ਵੀ ਸਬਜੈਕਟ ਤਿਆਰ ਹੋ ਰਿਹਾ ਹੋਵੇਗਾ। ਬਾਕੀਆਂ ਨੂੰ ਬੇਨਤੀ ਵੀ ਆਓ। ਤੋਂ ਸੰਗਤ ਜੀ ਸਮਾਂ 1 ਮਿੰਟ ਉੱਪਰ ਲੈ ਗਏ, ਇੱਕ ਨਹੀਂ ਵੈਸੇ ਤਾਂ ਮੈਨੂੰ 55 ਤੇ ਸਮਾਪਤੀ ਕਰਨੀ ਚਾਹੀਦੀ ਸੀ। ਤੋਂ ਇਸ 5-6 ਮਿੰਟ ਲਈ ਮੈਂ ਆਪਸ ਵਿੱਚ ਖਿਮਾ ਮੰਗਦਾ, ਔਰ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਤੁਸੀਂ ਸਾਡੇ ਸਿਰ ਤੇ ਮਿਹਰ ਭਰੇ ਹੱਥ ਰੱਖੋਗੇ ਔਰ ਅਸੀਂ ਇਸ ਕਾਰਨਾਂ ਦੇ ਨਾਲ ਚੱਲਦੇ ਜਾਵਾਂਗੇ। ਤੋਂ ਇਹਨਾਂ ਲਫ਼ਜ਼ਾਂ ਨਾਲ ਅਗਲੇ ਆਉਣ ਵਾਲੇ ਸੋਮਵਾਰ ਤੱਕ ਆਪਸ ਵਿੱਚ ਖਿਮਾ ਮੰਗਦੇ ਹੋਏ ਫਤਿਹ ਆਪ ਜੀ ਨੂੰ ਇਹ ਪੈਨਲ ਜਿਹੜਾ ਉਹਦੇ ਬਿਹਾਫ ਤੇ ਫਤਿਹ ਮੰਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।